ਵਾਹਿਗੁਰੂ ਜੀ। ਵਾਹਿਗੁਰੂ। ਵਾਹਿਗੁਰੂ ਜੀ। ਗੁਰੂ ਗਰੀਬ ਨਵਾਜ। ਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ ਭਿੰਗ ਕਸਾਈਆਂ ਦਾ ਸਹਿਣਾ। ਜਾਰੜੇ ਦਾ ਜਾਰੜੇ ਦਾ ਸਾਨੂੰ ਸੱਥਰ ਚੰਗਾ। ਭੱਟ ਖੇੜਿਆਂ ਦਾ ਰਹਿਣਾ। ਗਗਨੰਦ ਮਾਮਾ ਬਾਜਿਓ ਪਰਿਓ ਨਿਸ਼ਾਨ ਘਾਉ। ਖੇਤ ਜੋ ਮਾਂਡਿਓ ਸੂਰਮਾ। ਖੇਤ ਜੋ ਮਾਂਡਿਓ ਸੂਰਮਾ। अब जूझन को दाओ सूरा सो पहचानिए। सूरा सो पहचानिए। जो लरे दीन के हेत। पुरजा पुरजा कट मरै। कबहू न छाड़ खेत। मित्र प्यारे नो
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, 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 ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗੀ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਰਜਾਈਆਂ ਦਾ ਓਢਣ। ਤੁਧ ਬਿਨ ਰੋਗੀ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਤੁਲਤ ਰਾਹੀ ਖੰਜਰ ਪਿਆਲਾ, ਤੁਲਤ ਰਾਹੀ ਖੰਜਰ ਪਿਆਲਾ, ਖੰਜਰ ਪਿਆਲਾ। ਤੁਲਤ ਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਕਸਾਈਆਂ ਦਾ ਸਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਤੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਜਾਰੜੇ ਦਾ ਸਾਨੂੰ ਸੱਥਰ ਚੰਗਾ। ਅੱਠ ਛੇੜਿਆਂ ਦਾ ਰਹਿਣਾ, ਪੱਟ ਛੇੜਿਆਂ ਦਾ ਰਹਿਣਾ, ਪੱਟ ਛੇੜਿਆਂ ਦਾ ਰਹਿਣਾ, ਪੱਟ ਛੇੜਿਆਂ ਦਾ ਰਹਿਣਾ। ਤੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ
ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਨਾਗ ਨਿਵਾਸਾਂ ਦੇ ਰਹਿਣਾ, ਜਾਉ ਤਾਂ ਪ੍ਰੇਮ ਖੇਲਨ ਕਾ ਚਾਉ। ਸਿਰ ਧਰ ਤਲੇ ਗਲੇ ਮੇਰੀਆਂ ਓ। ਹਿਤ ਮਾਰਗ ਪੈਰ ਤਰੀ ਜੈ। ਸਿਰ ਦੀਜੈ ਕਾਣ ਨ ਕੀਜੈ। ਪਿਤਾ ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਪਿਤਾ ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਪਿਤਾ ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਪਿਤਾ ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਪਿਤਾ ਵਾਰਿਆ ਪੁੱਤਰ ਚਾਰ ਵਾਰੀ। ਸਿੱਖਾ ਤੇਰੀ ਸ਼ਾਨ ਬਦਲੇ। ਸਿੱਖਾ ਤੇਰੀ ਦੀ ਸ਼ਾਨ ਬਦਲੇ। ਸਿੱਖਾ ਤੇਰੀ ਸ਼ਾਨ ਬਦਲੇ। ਸਿੱਖਾ ਤੇਰੀ ਸ਼ਾਨ ਬਦਲੇ। ਸਿੱਖਾ ਤੇਰੀ ਸ਼ਾਨ ਬਦਲੇ। ਸਿੱਖਾ ਤੇਰੀ ਦੀ ਸ਼ਾਨ ਬਦਲੇ। ਸਿੱਖਾ ਤੇਰੀ ਦੀ ਸ਼ਾਨ ਬਦਲੇ। ਸਿੱਖਾ ਤੇਰੀ ਦੀ ਸ਼ਾਨ ਬਦਲੇ।
ਸਿੱਖਾ ਤੇਰੀ ਜੀ ਕਾਨ ਬਦਲੇ ਸਿੱਖਾ ਤੇਰੀ ਸ਼ਾਨ ਬਦਲੇ ਸਿੱਖਾ ਤੇਰੀ ਜੀ ਸ਼ਾਨ ਬਦਲੇ ਸਿੱਖਾ ਤੇਰੀ ਜੀ ਕਾਨ ਬਦਲੇ ਸਿੱਖਾ ਤੇਰੀ ਜੀ ਕਾਨ ਬਦਲੇ ਸਵਾਰਿਆ ਪੁੱਤਰ ਚਾਰ ਵਾਰੇ ਓ ਸਿੱਖਾ ਤੇਰੀ ਸ਼ਾਨ ਬਦਲੇ ਪੁੱਤਰ ਚਾਰ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਬਾਰਿਆ ਪੁੱਤਰ ਚਾਰੇ ਬਾਰੇ ਤੇਰੀ ਸ਼ਾਨ ਬਦਲੇ ਓ ਪਿਤਾ ਬਾਰਿਆ ਪੁੱਤਰ ਚਾਰੇ ਬਾਰੇ ਤੇਰੀ ਸ਼ਾਨ ਬਦਲੇ ਪਰਮਸਤ ਕਰ ਦਿਓ ਪਰਮਸਤ ਕਰ ਜੋ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਜੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਕਿ ਸਾਨੂੰ ਸਭਨਾਂ ਨੂੰ ਹੀ ਆਪਣੇ ਚਰਨਾਂ ਦੇ ਨਾਲ ਬਚਨਾਂ ਦੇ ਨਾਲ ਬਾਣੀ ਦੇ ਨਾਲ ਜੋੜਿਆ ਹੈ ਸਤ ਸੰਗਤ ਕਰਨ ਦਾ ਸਮਾਂ ਬਖਸ਼ਿਆ ਹੈ ਸੋ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਹੋਏ ਸਤਿਗੁਰਾਂ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਗੁਰਮੀਤ ਸਿੰਘ ਜੀ ਜੋ ਕਿ ਉਹਨਾਂ ਦੇ ਸਾਰੇ ਹੀ ਪਰਿਵਾਰ ਦੇ ਵੱਲੋਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਓਟ ਆਸਰਾ ਲੈਂਦੇ ਆ ਸੇਵਕ ਪਰਿਵਾਰ ਦੇ ਵੱਲੋਂ ਆਪਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦੇ ਆ ਪਰਿਵਾਰ ਦੇ ਵੱਲੋਂ ਜੋ ਕਿ ਪਾਵਨ ਬਾਣੀ ਰੱਬੀ ਬਾਣੀ ਦਾ ਓਟ ਆਸਰਾ ਲਿਆ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਈ ਜੋ ਕਿ ਕੁਝ ਸਮਾਂ ਪਹਿਲਾਂ ਸਤਿਗੁਰਾਂ ਦੀ ਮਿਹਰ ਦੇ ਸਦਕਾ ਪਾਵਨ ਬਾਣੀ ਦੀ ਸੰਪੂਰਨਤਾ ਹੀ ਹੋਈ ਹੈ ਉਪਰੰਤ ਆਪ ਜੀਆਂ ਨੇ ਗੁਰੂ ਪਿਆਰੇ ਦੇ ਪਾਸੋਂ ਹਰ ਜਸ ਕੀਰਤਨ ਸਰਵਣ ਕੀਤਾ ਹੈ ਸੋ ਆਓ ਰਹਿੰਦਾ ਸਮਾਂ ਆਪਾਂ ਸਾਰੇ ਹੀ ਜੋਕੇ ਸੇਵਕ ਪਰਿਵਾਰ ਦੇ ਵੱਲੋਂ ਵੀ ਹੁਕਮ ਕੀਤਾ ਗਿਆ ਕਿ ਜੋ ਦਿਨ ਚੱਲ ਰਹੇ ਅੱਜ ਜੋ ਇਹ ਮਹੀਨਾ ਹੈ ਪਰਿਵਾਰ ਦੇ ਵੱਲੋਂ ਕਿਹਾ ਵੀ ਜੋ ਇਹ ਮਹੀਨਾ ਚੱਲ ਰਿਹਾ ਸਾਹਿਬਜ਼ਾਦਿਆਂ ਦੇ ਦਿਨਾਂ ਦਾ ਸ਼ਹਾਦਤਾਂ ਦਾ ਕਿ ਉਹਨਾਂ ਦੇ ਹੀ ਇਤਿਹਾਸ ਨੂੰ ਵਾਚਿਆ ਜਾਵੇ
मैं पुछया भी कोई बहम ते नहीं तो बड़िया थावां ते जाईदा। अगला कहता जी खुशी का मनाया प्रोग्राम रखिया जी, ये होरी को सेड़ के खड़ गए भी ਉਹੀ करो जी जो असीं किया, बस खुशी दे गीत गाओ। जिवें ना परसों किसी के बच्चे का जन्मदिन सी ते उन्होंने मैनू देग लिखाई, कहते भी यह देग करनी है। तो उन्होंने घर ही जो बीबी के घर वाला गा वो बच्ची तो बाहर है विदेश दे विच, ते उन्हें अपने घर किया भी मैं देग नहीं करवानी भी, क्योंकि जो दिन चल रहे आ भी ये खुशियां देनी है। तो पातशाह का सारा परिवार शहीद होया, शहादतां होईयां ने महीने विच। वो कहता भी मैं देग नहीं करवानी। चलो वो पिता जी ने मैनू फोन किया, देग लिखाई, तो मैं बैठे बैठे ने डायरी चुक ली, कोल बैठा सी, देग लिखन लग पिया। वो पता नहीं कोई इसका फोन आ गया विच, पता नहीं की होया, एकदम कोई बच्चा आ गया तो मैं देग लिखनी भुल गया। तो जदों सवेरे बाहर आए सवेरे जो देख करके बाहर आए तो मेरे कने देख करी जान भी देख लाओ, मैनू पता ना लगे भी देख देख, मैनू ये सी भी किते कहने देख लाओ। वो कहते साडी देख नहीं करी। मैं तो चेते विच ही भुल गया, मैं कहा याद ही नहीं। मैं माफ़ी भी मंगी, मैं चलो जी माफ़ करो, कोई गल नहीं, भुल गए। तो उन्होंने फिर दसिया, कहते साडे बेटे ने कहा सी भी करनी नहीं देख, बस कहते उही होया। फिर वेखो देख हुई नहीं। गल ये नहीं वहमां भरमां की गल नहीं, गल तो बच्चे की समझ दी है, सोच दी है भी इन्हां दिनां दे विच कलगीधर दा सारा परिवार विछड़िया, कला विछड़िया नहीं। जिस कहते विछड़ के मिल गया, नहीं विछड़ के मिले ही नहीं वापस। तो परिवार के वलों वेखिया भी बाजांवाले दे पुत्रां दा जो इतिहास है वो सुनाया जाए। तो अज का तो दिन है, अज है 9 पोह। अज के दिन बाजांवाले सतगुरु माछीवाड़े के जंगलों के आउंदे आ। वेखो राजियां दे राजे ने, महाराजियां दे महाराजे ने, पातशाह दे पातशाह ने, बाजांवाले सतगुरु। पर उन्होंने परिवार किन्हां लई वारिया। साडे लोकी ते अघिरत घण हो गए। अज ये आजाद ना हुंदा मुल्क, अज जिन्हों लोकी कहंदे हिंदुस्तान जिंदाबाद, हिंदुस्तान जिंदाबाद, ये नारे नहीं लगने सी जो अज मंदिरां दे विच टल खड़कदे आ, आरतियां हुंदियां ने, वो अज मंदिर नहीं होने सी, नामो निशान मिट जाना सी। समय की हुकूमत कर की नहीं सकती, आ कश्मीर विच कीता ही है। आ समय की हुकूमत ने हुण की नहीं किया, 1 साल बैठी रहा किसान, ये तो डर गए, बस सरकारां नूं झुकना पै गया। पर वेखो समय का बादशाह औरंगजेब आ ते जिहड़ा धक्केशाही दे नाल धर्म तब्दील कर रहा, माफ करे उस वेले ते धक्केशाही कीती जांदी सी, डराया धमकाया जांदा सी। अज साडे वाले उही धर्म छड्ड गए, अपना ईसाइयां वाले जा रहे हैं। अज वेख सकते हैं जिन्हें पुत वारे ओदी कीमत नहीं पाई, ओदा मुल नहीं पाया, ओदी कदर नहीं पाई। असी अज जे मंदिरां विच टल खड़कदे आरतियां हुंदियां ने, ये बाजां वाली दी देन है, ये देन है धन गुरु तेग बहादुर जीआं दी। जे गुरु तेग बहादुर जी महाराज अपना आपा ना वार दे, जे गुरु तेग बहादुर जी महाराज दिल्ली दे विच ना जाके अपना बलिदान दिंदे, जे हा दा नारा ना मार दे, जे जुल्म दे अगे ना अड़दे, क्योंकि जुल्म कर रहा सी समय का बादशाह, धक्केशाही कर रहा सी। कश्मीर विच उहने शुरू किया, वेखो
ਉੱਥੇ ਪ੍ਰਚਾਰਕ ਲੋਕ ਸੀ, ਵਿਦਵਾਨ ਲੋਕ ਸੀ, ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਸੀ। ਉਹਨੂੰ ਡਰ ਸੀ ਬਾਦਸ਼ਾਹ ਨੂੰ, ਜੇ ਇਹ ਪ੍ਰਚਾਰਕ ਲੋਕ, ਇਹ ਵਿਦਵਾਨ ਲੋਕ ਬਚ ਗਏ ਤੇ ਇਹਨਾਂ ਨੇ ਤੇ ਸਾਰੇ ਪਾਸੇ ਆਪਣੇ ਧਰਮ ਦਾ ਫੈਲਾਅ ਕਰ ਦੇਣਾ। ਵੀ ਪਹਿਲਾਂ ਜਿਹੜੇ ਵਿਦਵਾਨ ਨੇ, ਜਿਹੜਾ ਪ੍ਰਚਾਰ ਕਰ ਰਿਹਾ, ਉਹ ਪ੍ਰਚਾਰਕ ਨੇ, ਉਹਨਾਂ ਨੂੰ ਖਤਮ ਕੀਤਾ ਜਾਏ। ਜਦੋਂ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ ਆਪਣੇ ਧਰਮ ਬਾਰੇ, ਮੰਨੋ ਅਸੀਂ ਗੁਰਦੁਆਰਿਆਂ ਵਿੱਚ ਰਹਿਣੇ ਆ, ਅਸੀਂ ਦੱਸੀਏ ਨਾ ਕਿਸੇ ਨੂੰ ਵੀ ਸਾਡਾ ਧਰਮ ਕੀ ਹੈ, ਤੇ ਪਤਾ ਕਿਵੇਂ ਲੱਗੇਗਾ? ਮਾਫ ਕਰਨਾ ਜੀ, ਜੇ ਪਤਾ ਨਹੀਂ ਲੱਗਿਆ ਸਾਡੇ ਵਿੱਚ ਹੀ ਕਮੀਆਂ ਨੇ ਵੀ। ਜੇ ਅੱਜ ਦੇ ਬੱਚਿਆਂ ਨੂੰ ਪਤਾ ਨਹੀਂ ਨਾ ਵੀ ਬਾਬਾ ਫਤਿਹ ਸਿੰਘ ਕੌਣ ਆ, ਬਾਬਾ ਜੋਰਾਵਰ ਸਿੰਘ ਜੀ ਕੌਣ ਨੇ, ਬਾਬਾ ਅਜੀਤ ਸਿੰਘ ਜੀ ਕੌਣ ਹੋਏ ਆ, ਬਾਬਾ ਜੁਝਾਰ ਸਿੰਘ ਜੀ ਕੌਣ ਹੋਏ ਆ, ਇਹ ਕਮੀਆਂ ਸਾਡੇ ਵਿੱਚ ਨੇ ਪਿਆਰਿਓ। ਸਾਡੇ ਬੱਚੇ ਤੁਰ ਗਏ ਗਾਇਕਾਂ ਵੱਲ। ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿ ਬਾਬਾ ਅਜੀਤ ਸਿੰਘ ਕੌਣ ਹੋਏ ਆ, ਪਰ ਇਹ ਕਮੀਆਂ ਸਾਡੇ ਵਿੱਚ ਨੇ। ਤੇ ਵੇਖੋ ਫਿਰ ਬਾਜਾਂ ਵਾਲੇ ਨੇ ਆਪਣੇ ਪਿਤਾ ਨੂੰ ਤੋਰਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਵਿੱਚ ਜਾਂਦੇ ਆ। ਦੁੱਖਾਂ ਦੀ ਗੱਲ ਕਰੀਏ ਜੀ, ਅੱਜ ਅਸੀਂ ਖੁਸ਼ੀਆਂ ਤਾਂ ਮਨਾ ਰਹੇ ਹਾਂ ਜੇ ਬਾਜਾਂ ਵਾਲੇ ਨੇ ਆਪਣੀ ਜ਼ਿੰਦਗੀ ਵਿੱਚ ਦੁੱਖ ਕੱਟੇ ਆ। ਜੇ ਮਹਾਰਾਜ ਨੇ ਦੁੱਖ ਝੱਲਿਆ ਤਾਂ ਅਸੀਂ ਖੁਸ਼ੀਆਂ ਮਨਾ ਰਹੇ ਹਾਂ ਅੱਜ। ਜੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਵਾਰਿਆ ਤਾਂ ਅਸੀਂ ਆਜ਼ਾਦ ਅੱਜ। ਉਹਨਾਂ ਦਾ ਕੋਈ ਆਪਣਾ ਜ਼ਮੀਨ ਜਾਇਦਾਦ ਦਾ ਝਗੜਾ ਨਹੀਂ ਸੀ, ਰੌਲਾ ਨਹੀਂ ਸੀ। ਸਾਡੇ ਇੱਕ ਦੂਸਰੇ ਨਾਲ ਜੇ ਬਣਦੀ ਨਹੀਂ, ਜੇ ਕਲੇਸ਼ ਨੇ, ਸਾਡੇ ਨਾਲ ਝਗੜੇ ਨੇ, ਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਪਿੱਛੇ ਨੇ, ਆਪਣੇ ਪਰਿਵਾਰਾਂ ਪਿੱਛੇ ਨੇ। ਪਰ ਜੇ ਬਾਜਾਂ ਵਾਲੇ ਦਾ ਝਗੜਾ ਸੀ, ਉਹ ਸੀ ਜ਼ੁਲਮ ਦੇ ਨਾਲ, ਬਦੀ ਦੇ ਨਾਲ। ਸਮੇਂ ਦੀਆਂ ਹਕੂਮਤਾਂ ਸੀ ਜਿਹੜੀਆਂ ਸਾਰੇ ਸੰਸਾਰ ਨੂੰ ਕਹਿ ਲਈਏ, ਸਾਰੇ ਭਾਰਤ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ ਸੀ। ਪਾਤਸ਼ਾਹ ਨੇ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਆਪਣੇ ਪੁੱਤਰਾਂ ਦਾ ਬਲੀਦਾਨ ਦਿੱਤਾ। ਪਾਤਸ਼ਾਹ ਨੇ ਸਾਨੂੰ ਆਜ਼ਾਦੀ ਦਾ ਨਿੱਘ ਮਾਣਨ ਵਾਸਤੇ, ਵੀ ਮੇਰਾ ਸਿੱਖ, ਮੇਰਾ ਪੁੱਤ ਆਜ਼ਾਦੀ ਮਾਣੇ, ਆਪਣੇ ਪੁੱਤਾਂ ਦਾ ਬਲੀਦਾਨ ਦਿੱਤਾ। ਪਰ ਮਾਫ ਕਰਿਓ, ਅਸੀਂ ਇਹ ਕਿਰਤ ਘਣ ਅੱਜ ਵੀ, ਅਕਿਰਤ ਘਣ ਉਹ ਹੁੰਦੇ ਜਿਹੜੇ ਕਿਸੇ ਦੀ ਕੀਤੀ ਨੂੰ ਭੁੱਲ ਜਾਣ। ਪੌਣੇ 9 ਸਾਲ ਦੀ ਉਮਰ ਸੀ, ਪਿਤਾ ਨੂੰ ਤੋਰਿਆ ਦਿੱਲੀ ਵੱਲ ਦਾਤਾ ਤੂੰ। ਤੇ ਉਹ ਮਾਂ ਵੇਖੋ, ਧੰਨ ਮਾਤਾ ਗੁਜਰ ਕੌਰ ਜੀ, 42 ਸਾਲ ਦੀ ਉਮਰ ਵਿੱਚ ਜਾ ਕੇ ਕੁੱਖ ਨੂੰ ਭਾਗ ਲੱਗਦੇ ਆ, ਤੇ ਧੰਨ ਗੋਬਿੰਦ ਸਿੰਘ ਜੀ ਮਹਾਰਾਜ ਅਵਤਾਰ ਧਾਰਦੇ, ਜਨਮ ਲੈਂਦੇ ਆ, ਪ੍ਰਕਾਸ਼ ਹੁੰਦਾ। ਪੌਣੇ 9 ਸਾਲ ਦੀ ਉਮਰ ਹੈ ਤੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਂਦਾ। ਕਿੱਡਾ ਵੱਡਾ ਦੁੱਖ ਹੈ ਜ਼ਿੰਦਗੀ ਵਿੱਚ, ਵੇਖੋ ਪਿਆਰਿਓ। ਉਹ ਮਾਤਾ ਗੁਜਰ ਕੌਰ ਜੀ ਨੂੰ ਵੇਖੋ। ਪਰ ਪਤਾ, ਜੇ ਗੁਲਾਮੀ ਦੀਆਂ ਜੰਜੀਰਾਂ ਕੱਟਣੀਆਂ ਨੇ, ਜੇ ਦੇਸ਼ ਨੂੰ ਇਹ ਜ਼ੁਲਮ ਤੋਂ ਬਚਾਉਣਾ ਹੈ, ਦੇਸ਼ ਦੇ ਲੋਕਾਂ ਨੂੰ ਬਚਾਉਣਾ ਹੈ, ਫਿਰ ਤੇ ਪਿਤਾ ਨੂੰ ਵਾਰਨਾ ਹੀ ਪਏਗਾ। ਫਿਰ ਸਮਾਂ ਆਇਆ, ਵੇਖੋ 8 ਮਹੀਨੇ ਅੱਜ ਦਾ ਜੋ ਸਮਾਂ ਚੱਲ ਰਿਹਾ, ਅੱਜ ਦੇ ਦੋ ਦਿਨ ਨੇ, ਅੱਜ ਦਾ ਜੋ ਇਤਿਹਾਸ ਹੈ, ਜੋ ਇਹ ਸ਼ਹੀਦੀ ਹਫ਼ਤਾ ਕਹਿੰਦੇ ਆ ਜਿਹਨੂੰ ਅਸੀਂ, 6 ਪੋਹ ਤੋਂ ਲੈ ਕੇ 15 ਪੋਹ ਤੱਕ, 13 ਪੋਹ ਤੱਕ, ਜੋ ਬਾਜਾਂ ਵਾਲੇ ਦਾ ਸਾਰਾ ਪਰਿਵਾਰ 6 ਪੋਹ ਦੇ ਵਿੱਚ ਵਿਛੜਦਾ ਤੇ ਸਾਰਾ ਪਰਿਵਾਰ ਸ਼ਹਾਦਤਾਂ ਦਿੰਦਾ। ਉਹ ਕਿਹਦੇ ਲਈ? ਸਾਡੇ ਲਈ। 8 ਮਹੀਨੇ ਭੁੱਖਣ ਭਾਣੇ ਉਹ ਸਿੰਘ ਰਹੇ ਨਾਲ। ਤੇ ਜਦੋਂ 6 ਪੋਹ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਉਹ ਕਿਉਂ ਛੱਡਿਆ? ਤੇ ਕਈਆਂ ਨੇ ਲਿਖਿਆ, ਕਈ ਵੀ ਭੁੱਖ ਦੇ ਤੰਗੋਂ ਆ ਕੇ ਵੀ ਵਿਦਾਵਾ ਲੈ ਕੇ ਚਲੇ ਗਏ ਸੀ, ਤੂੰ ਸਾਡਾ ਗੁਰੂ ਨੂੰ ਤੇ ਅਸੀਂ ਤੇਰੇ ਸਿੱਖ ਨਹੀਂ। ਸਾਡੇ ਕੋਲ ਤੇ ਸਾਰਾ ਕੁਝ, ਅਸੀਂ ਕਿਉਂ ਵਿਦਾਵਾ ਲਿਖਿਆ ਜੀ? ਫਿਰ ਸਾਡੇ ਕੋਲ ਤੇ ਕੋਠੀਆਂ ਵੀ ਨੇ, ਕਾਰਾਂ ਵੀ ਨੇ, ਗੱਡੀਆਂ ਵੀ ਨੇ, ਪੁੱਤ ਵੀ ਨੇ, ਧੀਆਂ ਵੀ ਨੇ, ਸਾਰਾ ਸੁੱਖ ਹੈ, ਪਰ ਅਸੀਂ ਗੁਰੂ ਤੋਂ ਕਿਉਂ ਮੁੱਖ ਮੋੜਿਆ ਜੀ? ਉਹਨਾਂ ਨੂੰ ਤੇ 8 ਮਹੀਨੇ ਹੋ ਚੁੱਕੇ ਸੀ ਭੁੱਖਣ ਭਾਣਿਆਂ ਨੂੰ, ਜੇ ਕਹਿ ਵੀ ਦਈਏ, ਪਰ ਉਹ ਤੇ ਆ ਗਏ ਸੀ ਭੁੱਲ ਬਖਸ਼ਾਲੀ ਸੀ। ਫਿਰ ਇਹਨਾਂ ਪਹਾੜੀ ਰਾਜਿਆਂ ਨੇ, ਇਹ ਉਹੀ ਪਹਾੜੀ ਰਾਜੇ ਨੇ ਜਿਨ੍ਹਾਂ ਨੂੰ ਧੰਨ 6ਵੇਂ ਪਾਤਸ਼ਾਹ
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਉਹਦੀ ਕੈਦ ਵਿੱਚੋਂ ਛੁਡਾਇਆ ਸੀ, ਜਹਾਂਗੀਰ ਬਾਦਸ਼ਾਹ ਦੀ ਕੈਦ ਵਿੱਚੋਂ। ਤੇ ਉਹਨਾਂ ਦੀ ਪੁੱਤ ਪੋਤਰੇ ਨੇ ਜਿਹੜੇ ਅੱਜ ਮਰਦ ਦੇ ਦੁਸ਼ਮਣ ਬਣੇ ਆ, ਉਹੀ ਨੇ 8 ਮਹੀਨੇ ਹੋ ਚੁੱਕੇ ਸੀ ਤੇ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਔਰੰਗਜ਼ੇਬ ਬਾਦਸ਼ਾਹ ਨੇ ਕੁਰਾਨ ਭੇਜੀ, ਸੱਜੇ ਪਾਸੇ ਤੋਂ ਇਹ ਕੁਰਾਨ ਖੁੱਲਦੀ ਹੈ। ਕੁਰਾਨ ਦੀ ਕਸਮ ਖਾਧੀ ਵੀ ਅਸੀਂ ਕਸਮ ਖਾਂਦੇ ਆ ਕੁਰਾਨ ਦੀ, ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਕਈਆਂ ਨੇ ਇਹ ਵੀ ਕਿਹਾ ਵੀ ਇੱਕ ਵਾਰ ਇੱਥੋਂ ਚਲੇ ਜਾਓ, ਅਸੀਂ ਸਮੇਂ ਦੇ ਬਾਦਸ਼ਾਹ ਨੂੰ ਆਪਣਾ ਮੂੰਹ ਵਿਖਾਉਣ ਜੋਗੇ ਹੋ ਜਾਾਂਗੇ, ਵੀ 8 ਮਹੀਨਿਆਂ ਵਿੱਚ ਤੁਹਾਡੇ ਤੋਂ ਕੁਝ ਹੋਇਆ ਹੀ ਨਹੀਂ, ਵੀ ਤੁਹਾਨੂੰ 8 ਮਹੀਨੇ ਹੋ ਗਏ। ਤੇ ਪਾਤਸ਼ਾਹ ਨੂੰ ਜਦੋਂ ਸਿੰਘਾਂ ਨੇ ਕਿਹਾ ਮਹਾਰਾਜ ਇਹ ਕਸਮਾਂ ਖਾਂਦੇ ਆ, ਇਹ ਸੌਹਾਂ ਖਾਂਦੇ ਆ, ਤੇ ਮਹਾਰਾਜ ਕਹਿੰਦੇ ਤੁਹਾਨੂੰ ਲੱਗਦਾ ਵੀ ਇਹ ਕਸਮਾਂ ਸੱਚੀਆਂ ਖਾਂਦੇ ਆ, ਤੁਹਾਨੂੰ ਲੱਗਦਾ ਵੀ ਇਹ ਹਿੰਦੂ ਨੇ, ਤੁਹਾਨੂੰ ਲੱਗਦਾ ਇਹ ਆਪਣੇ ਧਰਮ ਵਿੱਚ ਪੱਕੇ ਆ। ਜਿਹੜੇ ਹਿੰਦੂ ਧਰਮ ਦੇ ਵਿੱਚ ਪੱਕੇ ਨੇ ਉਹ ਤੇ ਕਿਸੇ ਤੇ ਜ਼ੁਲਮ ਹੀ ਨਹੀਂ ਕਰਦੇ। ਤੁਹਾਨੂੰ ਲੱਗਦਾ ਇਹ ਕੁਰਾਨ ਨੂੰ ਮੰਨਣ ਵਾਲੇ ਆ, ਤੁਹਾਨੂੰ ਲੱਗਦਾ ਇਹ ਧਰਮੀ ਲੱਗਦੇ ਆ ਤੁਹਾਨੂੰ। ਇਹ ਮਾਰੇ ਕਹਿੰਦੇ ਇਹ ਧਰਮੀ ਨਹੀਂ, ਇਹ ਤੇ ਅਧਰਮੀ ਨੇ, ਉੱਪਰੋਂ ਧਰਮੀ ਜਾਪਦੇ ਆ, ਇਹ ਤੇ ਜ਼ੁਲਮੀ ਲੋਕ ਨੇ। ਮਾਰੇ ਕਹਿੰਦੇ ਤੁਹਾਨੂੰ ਵਿਖਾਉਣੇ ਆ। ਅੰਦਰ ਜਿਹੜਾ ਫਿਰ ਕੂੜਾ ਕਰਕਟ ਪਿਆ ਸੀ, ਪਸ਼ੂ ਮਰੇ ਹੋਏ ਸੀ, ਉਹ ਖੱਚਰਾਂ ਤੇ ਬੰਨ ਕੇ ਲੱਦ ਦਿੱਤੇ, ਉਹ ਲੱਦ ਦਿੱਤੇ ਖੱਚਰਾਂ ਤੇ। ਤੇ ਬਾਹਰ ਛੱਡੇ, ਜੋ ਦਰਵਾਜ਼ਾ ਖੋਲਿਆ ਤੇ ਥੋੜੀ ਦੂਰ ਗਏ ਤੇ ਇਹਨਾਂ ਨੇ ਕੀ ਕੀਤਾ ਨਾ, ਪਹਾੜੀ ਰਾਜਿਆਂ ਨੇ ਤੇ ਮੁਗਲ ਹਕੂਮਤ ਨੇ ਵੀ ਇਹ ਖਜ਼ਾਨੇ ਜਾ ਰਹੇ ਮਹਾਰਾਜ ਦੇ ਵੀ ਲੁੱਟ ਲਓ। ਤੇ ਇੱਕਦਮ ਫਿਰ ਧਾਵਾ ਬੋਲ ਦਿੱਤਾ। ਮਹਾਰਾਜ ਕਹਿੰਦੇ ਵੇਖੋ ਆਹ ਧਰਮੀ ਲੋਕ ਨੇ, ਇਹ ਸੌਹਾਂ ਖਾਣ ਵਾਲੇ ਨੇ ਧਰਮ ਦੇ ਨਾਂ ਤੇ। ਮਾਫ ਕਰਿਓ, ਅੱਜ ਵੀ ਧਰਮ ਦੇ ਨਾਂ ਤੇ ਸਾਨੂੰ ਲੁੱਟਿਆ ਜਾਂਦਾ। ਹੱਥਾਂ ਵਿੱਚ ਗੁਟਕਾ ਸਾਹਿਬ ਲੈ ਕੇ ਝੂਠੀਆਂ ਸੌਹਾਂ ਖਾਧੀਆਂ ਜਾਂਦੀਆਂ ਨੇ। ਅੱਜ ਵੀ ਸਾਡੇ ਲੋਕੀ ਕਹਿ ਦਿੰਦੇ ਆ ਵੀ ਇਹ ਤੇ ਧਰਮੀ ਆ। ਮਾਫ ਕਰਨਾ, ਸਰਕਾਰਾਂ ਦਾ ਯੁੱਗ ਹੈ, ਜਿਵੇਂ ਕਿ ਵੋਟਾਂ ਦਾ ਰਾਜ ਹੈ। ਜਿੱਧਰੇ ਜਾਂਦੇ ਉਹੀ ਨਾਰਾ ਫੜ ਲੈਂਦੇ ਆ, ਜਿਹੜੇ ਧਰਮ ਵਿੱਚ ਜਾਂਦੇ ਉਹੀ ਨਾਰਾ ਇਹਨਾਂ ਕੋਲ ਬਸ ਸਾਨੂੰ ਗੁੰਮਰਾਹ ਕਰਦੇ ਆ ਧਰਮ ਦੇ ਨਾਂ ਤੇ। ਪਰ ਸਭ ਤੋਂ ਵੱਡਾ ਧਰਮ ਹੈ ਨਾ ਜੇ ਪਿਆਰਿਓ, ਇਨਸਾਨੀਅਤ ਹੈ। ਯਾਦ ਰੱਖਿਓ, ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੇ ਆਪਣੇ ਅੰਦਰਲੀ ਜ਼ਮੀਰ ਜਗਾ ਕੇ ਚੱਲ ਸਿੱਖਾ, ਇਨਸਾਨੀਅਤ ਆਪਣੇ ਅੰਦਰ ਪੈਦਾ ਕਰ, ਕਿਸੇ ਦਾ ਬੁਰਾ ਨਾ ਕਰ, ਕਿਸੇ ਨੂੰ ਡਰਾ ਨਾ, ਕਿਸੇ ਤੋਂ ਡਰਨਾ, ਕੋਈ ਐਸਾ ਕਰਮ ਨਾ ਕਰ ਜਿਹਦੇ ਨਾਲ ਤੂੰ ਡਰਿਆ ਰਹੇ। ਤੇ ਪਾਤਸ਼ਾਹ ਜੀ ਕਹਿੰਦੇ ਆਹ ਵੇਖੋ ਤੁਸੀਂ ਜਿਹਨਾਂ ਨੂੰ ਧਰਮੀ ਕਹਿੰਦੇ ਹੋ ਇਹ ਧਰਮੀ ਨੇ, ਪਰ ਮਾਰਨ 6 ਪੋਹ ਦੀ ਅੱਧੀ ਰਾਤ ਨੂੰ ਫਿਰ ਕਹਿੰਦੇ ਸਿੰਘੋ ਚਲੋ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ। ਤੇ ਪਾਤਸ਼ਾਹ ਨੇ ਫਿਰ 6 ਪੋਹ ਦੀ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਤੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਵੀ ਰੋ ਰਹੀ ਹੈ। ਮਹਾਰਾਜ ਕਹਿੰਦੇ ਲੈ ਆਨੰਦਪੁਰੀ ਅਸੀਂ ਚੱਲੇ ਆ, ਅੱਜ ਦੇ ਗਏ ਤੇ ਵਾਪਸ ਨਹੀਂ ਆਉਣਾ। ਆਨੰਦਪੁਰੀਏ ਤੂੰ ਵਸਦੀ ਰਹਿ, ਤੈਨੂੰ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਤੈਨੂੰ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਤੈਨੂੰ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ ਮੁੜ ਆਉਣਾ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਉਹ ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ। ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ। ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ, ਛੋੜ ਚੱਲੇ ਮੁੜ ਆਉਣਾ ਨਹੀਂ। ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਤੈਨੂੰ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਤੈਨੂੰ ਛੋੜ ਚੱਲੇ ਮੁੜ ਆਉਣਾ ਨਹੀਂ।
ਅਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚਲੇ ਮੁੜ ਆਉਣਾ ਨੀ ਅਨੰਦਪੁਰੀਏ ਤੂੰ ਵਸਦੀ ਰਹਿ ਤੈਨੂੰ ਛੋੜ ਚਲੇ ਮੁੜ ਆਉਣਾ ਨੀ ਅਨੰਦਪੁਰੀਏ ਤੂੰ ਵਸਦੀ ਰਹਿ ਅਸੀਂ ਛੋੜ ਚਲੇ ਮੁੜ ਆਉਣਾ ਨੀ ਅਨੰਦਪੁਰੀਏ ਤੂੰ ਵਸਦੀ ਰਹਿ ਤੈਨੂੰ ਛੋੜ ਚਲੇ ਮੁੜ ਆਉਣਾ ਨੀ ਬਾਦਸ਼ਾਹ ਜੀ 6 ਪੋਹ ਦੀ ਅੱਧੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ। 6 ਪੋਹ ਦੀ ਰਾਤ ਸਾਰੀ ਲੰਘਦੀ ਐ, 7 ਪੋਹ ਨੂੰ ਪਹੁੰਚਦੇ ਆ ਸਰਸਾ ਦੇ ਕੰਢੇ ਤੇ। ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਸਾਰੀ ਰਾਤ ਤੁਰਦੇ ਰਹੇ, ਪਿੱਛੋਂ ਜ਼ਾਲਮ ਜਰਵਾਣੇ ਹਮਲਾ ਕਰਦੇ ਆ। ਗੁਰੂ ਕੇ ਪਿਆਰੇ ਸਿੱਖ ਪਿਆਰੇ ਸਿੰਘ ਉਹਨਾਂ ਦਾ ਮੁਕਾਬਲਾ ਕਰਦੇ ਆ। 500 ਦੀ ਗਿਣਤੀ ਵਿੱਚ ਸਿੰਘ ਸੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਪਰ ਗਿਣਤੀ ਦੀ ਰਹਿ ਗਏ, ਸ਼ਹੀਦੀਆਂ ਪਾ ਗਏ। 7 ਪੋਹ ਦੀ ਸਵੇਰ ਹੋਈ ਤੇ ਬਾਜਾਂ ਵਾਲੇ ਸਤਿਗੁਰੂ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘਾ ਸਮਾਂ ਵੇ ਕੀ ਹੋਇਆ, ਸਾਨੂੰ ਭੁੱਖ ਲੱਗੀ ਹੈ। ਜਦੋਂ ਕਿਹਾ ਭੁੱਖ ਲੱਗੀ ਹੈ, ਮਹਾਰਾਜ ਤੁਹਾਨੂੰ ਭੁੱਖ ਲੱਗ ਗਈ? ਐ ਸਤਿਗੁਰੂ ਜੀ 8 ਮਹੀਨੇ ਭੁੱਖਣ ਭਾਣੇ ਰਹੇ ਹੋ, ਅੰਦਰ ਪਾਣੀ ਤੱਕ ਨਹੀਂ ਜਾਂਦਾ ਸੀ, ਕੋਈ ਰਾਸ਼ਨ ਲਈ ਨਹੀਂ ਸੀ, ਅਨਾਜ ਨਹੀਂ ਸੀ ਅੰਦਰ। ਤੇ ਮਹਾਰਾਜ 8 ਮਹੀਨੇ ਭੁੱਖਣ ਭਾਣੇ ਰਹੇ। ਬੜੇ ਸਿੰਘ ਭੁੱਖ ਦੇ ਤੰਗੋਂ ਆ ਕੇ ਮਰ ਗਏ, ਖਤਮ ਹੋ ਗਏ, ਸਰੀਰ ਛੱਡ ਗਏ। ਤੇ ਮਹਾਰਾਜ ਤੁਸਾਂ ਨੇ 8 ਮਹੀਨਿਆਂ ਵਿੱਚ ਇੱਕ ਦਿਨ ਨਹੀਂ ਕਿਹਾ ਭੁੱਖ ਲੱਗੀ ਏ, ਤੇ ਮਹਾਰਾਜ ਅੱਜ ਕਹਿ ਰਹੇ ਹੋ ਭੁੱਖ ਲੱਗੀ ਏ। ਉਹ ਦਇਆ ਸਿੰਘਾ ਸਾਨੂੰ ਅਨਾਜ ਦੀ ਭੁੱਖ ਨਹੀਂ ਲੱਗੀ, ਪ੍ਰਸਾਦੇ ਦੀ ਭੁੱਖ ਨਹੀਂ ਲੱਗੀ। ਸਮਾਂ ਵੇਖੋ ਕੀ ਹੋਇਆ, ਅੰਮ੍ਰਿਤ ਵੇਲਾ ਹੋਇਆ ਤੇ ਆਸਾ ਜੀ ਦੀ ਵਾਰ ਦੀ ਭੁੱਖ ਲੱਗੀ ਏ। ਮਹਾਰਾਜ ਪਿੱਛੋਂ ਬੈਰੀਆਂ ਨੇ ਧਾਵਾ ਬੋਲਿਆ ਹੋਇਆ ਤੇ ਮਹਾਰਾਜ ਦੁਸ਼ਮਣ ਪਿੱਛੋਂ ਹੱਲਾ ਬੋਲ ਰਹੇ ਆ, ਤੀਰਾਂ ਦੀ ਵਰਖਾ ਕਰ ਰਹੇ ਆ, ਵਾਰ ਕਰ ਰਹੇ ਆ। ਤੇ ਮਹਾਰਾਜ ਦੁਸ਼ਮਣਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਵੈਰੀਆਂ ਦੀ। ਤੇ ਮਹਾਰਾਜ ਇਹ ਵੇਲਾ ਨਹੀਂ ਆਸਾ ਜੀ ਦੀ ਵਾਰ ਦਾ। ਤੇ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘਾ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ। ਇਹ ਸਿਖਾਇਆ ਤੇ ਸਾਨੂੰ ਆ ਪਿਆਰਿਓ ਵੀ ਜਿਹਨੇ ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਲਿਆ, ਵੱਡੇ ਤੋਂ ਵੱਡਾ ਦੁੱਖ ਵੀ ਆ ਜਾਏ, ਸਿੱਖਾ ਕਦੇ ਬਾਣੀ ਨਾ ਭੁੱਲੀ। ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਆ ਜਾਣ, ਮਾਫ ਕਰਿਓ ਵਿਆਹ ਸ਼ਾਦੀਆਂ ਹੁੰਦੀਆਂ ਨੇ, ਕਿਹੜਾ ਬੰਦਾ ਕਰਦਾ ਨਿਤਨੇਮ ਦੱਸੋ? ਦੁੱਖ ਆ ਜਾਏ, ਕੋਈ ਘਰ ਵਿੱਚ ਕੁਝ ਹੋ ਜਾਏ ਤੇ ਕਿਹੜਾ ਬੰਦਾ ਛੱਡ ਦਿੰਦਾ ਸਾਰਾ ਕੁਝ? ਪਰ ਮਹਾਰਾਜ ਨੇ ਸਾਨੂੰ ਸਿਖਾਇਆ, ਵੇਖ ਪਰਿਵਾਰ ਛੱਡ ਆਇਆ, ਪਿੱਛੇ ਵੈਰੀ ਚੜਿਆ, ਪਰ ਫਿਰ ਵੀ ਬਾਣੀ ਨਾਲ ਜੁੜਿਆ, ਬਾਣੀ ਦਾ ਓਟ ਆਸਰਾ ਲਿਆ। ਉਹ ਸਿੱਖਾ ਬਾਣੀ ਦਾ ਓਟ ਆਸਰਾ ਰੱਖੇਗਾ, ਗੁਰੂ ਦਾ ਸਹਾਰਾ ਤੱਕੇਗਾ ਤੇ ਜ਼ਿੰਦਗੀ ਵਿੱਚ ਕਦੇ ਡਿੱਗੇਗਾ ਨਹੀਂ, ਕਦੇ ਡੋਲੇਗਾ ਨਹੀਂ। ਤੇ ਅੱਜ ਬਾਜਾਂ ਵਾਲੇ ਸਤਿਗੁਰੂ ਕਹਿੰਦੇ, ਸਿੰਘੋ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ। ਅਜੇ ਸਰਸਾ ਨੂੰ ਪਾਰ ਨਹੀਂ ਕੀਤਾ, 7 ਪੋਹ ਦੀ ਸਵੇਰ ਆ, ਅੰਮ੍ਰਿਤ ਵੇਲਾ, ਪਿੱਛੋਂ ਵੈਰੀਆਂ ਨਾਲ ਲੜ ਰਹੇ ਆ ਗੁਰੂ ਦੇ ਪਿਆਰੇ ਸਿੱਖ ਪਿਆਰੇ ਸਿੰਘ। ਤੇ ਇਧਰ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ। ਤੇ ਮਹਾਰਾਜ ਕਹਿੰਦੇ ਇੰਜ ਕਰੋ, ਮੇਰੇ ਪੁੱਤਰ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੂੰ ਬੁਲਾਓ, ਉਹ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ। ਮਹਾਰਾਜ ਨੂੰ ਪਤਾ ਸੀ ਵੀ ਅੱਜ ਦਾ ਦਿਨ ਵੇਖਣਾ ਇਹਨਾਂ ਨੂੰ ਮੁੜ ਕੇ ਤੇ ਵੇਖਣਾ ਹੀ ਨਹੀਂ। ਯਾਦ ਰੱਖੀਏ ਮਹਾਰਾਜ ਨੇ ਘਰ-ਬਾਰ ਸਾਡੇ ਵਾਸਤੇ ਛੱਡਿਆ। ਅੱਜ ਅਸੀਂ ਆਪਣੇ ਘਰਾਂ ਵਿੱਚ ਬੈਠੇ ਹਾਂ, ਇਹ ਕਲਗੀਧਰ ਦੀ ਦੇਣ ਨਹੀਂ। ਅਸੀਂ ਆਪਣੇ ਘਰਾਂ ਵਿੱਚ ਨਹੀਂ ਬੈਠਣਾ ਸੀ, ਅਸੀਂ ਗੁਲਾਮ ਹੁੰਦੇ। ਅਸੀਂ ਆਪਣੇ ਆਪੇ ਨੂੰ ਅੱਜ ਸਰਦਾਰ ਕਹਾਉਣੇ ਆ, ਸਾਹੂਕਾਰ ਕਹਾਉਣੇ ਆ। ਇਹ ਦੇਣ ਬਾਜਾਂ ਵਾਲੇ ਦੀ ਹੈ। ਉਹਨਾਂ ਦੇਸ਼ਾਂ ਵਿੱਚ ਜਾ ਕੇ ਵੜੋ ਜਿਨ੍ਹਾਂ ਦੇਸ਼ਾਂ ਵਿੱਚ ਗੁਲਾਮੀਆਂ ਨੇ, ਤਾਨਾਸ਼ਾਹੀ ਰਾਜ ਹੈ, ਜਿੱਥੇ ਬੰਦਾ ਆਪਣੀ ਮਰਜ਼ੀ ਦੇ ਨਾਲ ਸਾਹ ਵੀ ਨਹੀਂ ਲੈ ਸਕਦਾ ਜਿੱਥੇ। ਪਰ ਆ ਵੇਖੋ ਬਾਜਾਂ ਵਾਲੀ ਦੀ ਤੇ ਸੰਗਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਨੇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਬੜੇ ਸਿੰਘ ਸ਼ਹੀਦੀਆਂ ਪਾ ਗਏ ਤੇ ਮਹਾਰਾਜ ਕਹਿੰਦੇ ਚਲੋ ਵੀ ਸਿੰਘੋ ਹੁਣ ਸਰਸਾ ਨੂੰ ਪਾਰ ਕਰੀਏ। ਉਸ ਵੇਲੇ ਸਰਸਾ ਇੱਕ ਨਾਲਾ ਸੀ,
ਜਦੋਂ ਮੀਂਹ ਆ ਜਾਣਾ ਉਸ ਵੇਲੇ ਉਹਨੇ ਭਰ ਕੇ ਵਗਣਾ। ਪਰ ਅੱਜ ਸੱਤ ਪੋਹ ਦੀ ਸਵੇਰ ਨੂੰ ਮਹਾਰਾਜ ਨੇ ਪਾਰ ਕਰਨਾ ਸਰਸਾ ਨੂੰ ਤੇ ਭਰ ਕੇ ਵਗ ਰਹੀ ਹੈ। ਪਾਣੀ ਦਾ ਵਹਾਅ ਬੜਾ ਤੇਜ਼ ਆ ਤੇ ਸਿੰਘਾਂ ਨੇ ਕਿਹਾ, ਦਇਆ ਸਿੰਘ ਨੇ ਕਿਹਾ, ਮਹਾਰਾਜ ਸਰਸਾ ਪਾਰ ਕਰਾਂਗੇ ਤੇ ਬੜਾ ਔਖਾ, ਸਿੰਘ ਰੁੜ ਜਾਣਗੇ ਇਹਦੇ ਵਿੱਚ ਹੀ, ਪਾਰ ਨਹੀਂ ਹੋਣੀ ਮਹਾਰਾਜ। ਤੇ ਬਾਜਾਂ ਵਾਲੇ ਸਤਿਗੁਰੂ ਕਹਿੰਦੇ, ਸਿੰਘੋ ਮੈਂ ਅੱਗੇ ਲੱਗਦਾ, ਤੁਸੀਂ ਪਿੱਛੇ ਲੱਗੋ। ਐਸਾ ਕੋਈ ਆਗੂ ਹੋਏਗਾ ਦੁਨੀਆ ਵਿੱਚ, ਦੱਸੋ ਐਸਾ ਕੋਈ ਗੁਰੂ ਹੋਏਗਾ ਦੁਨੀਆ ਵਿੱਚ? ਸਾਡੇ ਤੇ ਆਗੂ ਲੋਕਾਂ ਦੇ ਪੁੱਤ ਮਰਾ ਦਿੰਦੇ ਆ, ਆਪ ਪਿੱਛੇ ਹਟ ਜਾਂਦੇ ਆ। ਬੜਿਆਂ ਦੇ ਘਰਾਂ ਦੇ ਚਿਰਾਗ ਬੁਝੇ ਆ, ਆਪਣੇ ਬੱਚੇ ਬਾਹਰ ਸੱਟਣੇ, ਪਰ ਲੋਕਾਂ ਦੇ ਪੁੱਤ ਮਰਾ ਦਿੱਤੇ। ਪਰ ਬਾਜਾਂ ਵਾਲਾ ਮਾਹੀ ਵੇਖੋ, ਬਾਜਾਂ ਵਾਲੇ ਸਤਿਗੁਰੂ ਨੂੰ ਵੇਖੋ, ਸਿੰਘੋ ਡਰੋ ਨਾ, ਮੈਂ ਅੱਗੇ ਲੱਗਦਾ ਤੇ ਤੁਸੀਂ ਮੇਰੇ ਪਿੱਛੇ ਲੱਗਣਾ। ਬਾਜਾਂ ਵਾਲੇ ਸਤਿਗੁਰੂ ਸਰਸਾ ਦੇ ਪਾਣੀ ਵਿੱਚ ਆ ਵੜਦਾ, ਸਰਸਾ ਨਦੀ ਵਿੱਚ ਪਾਣੀ ਦਾ ਵਹਾਅ ਬੜਾ ਤੇਜ਼ ਆ। ਤੇ ਇੱਕਦਮ ਆ ਕੇ ਕਹਿੰਦੇ ਫੌਜਾਂ ਦੀ ਇੰਨੀ ਗਿਣਤੀ ਹੋ ਗਈ, ਵੈਰੀਆਂ ਦੀ ਹਕੂਮਤ ਦੀ ਇੰਨੀ ਗਿਣਤੀ ਹੋ ਗਈ, ਆ ਕੇ ਧਾਵਾ ਬੋਲਿਆ, ਹਫੜਾ ਦਫੜੀ ਮਚ ਗਈ। ਜਿੱਧਰ ਨੂੰ ਰਾਹ ਮਿਲਿਆ ਉਧਰ ਨੂੰ ਤੁਰ ਪਏ। ਤੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ, ਇਹ ਵੱਖ ਹੋ ਗਏ। ਅੱਜ ਇਹ ਪਿੰਡ ਚੌਂਤੇ ਕਲਾਂ ਨੂੰ ਚਲੇ ਗਏ। ਕਮੋ ਮਾਸਕੀ ਦੇ ਘਰ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਗਏ। ਤੇ ਬਾਜਾਂ ਵਾਲੇ ਸਤਿਗੁਰੂ ਜੀ ਦਾ ਪਰਿਵਾਰ ਸਾਰਾ ਵਿਛੜ ਗਿਆ, ਪਰਿਵਾਰ ਬਾਜਾਂ ਵਾਲਾ ਵਿਛੜ ਗਿਆ, ਪਰਿਵਾਰ ਬਾਜਾਂ ਵਾਲਾ ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ, 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 ਵਿਛੜ ਗਿਆ ਪਰਿਵਾਰ, 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 ਪਰਿਵਾਰ ਵਿਛੜ ਗਿਆ ਪਰਿਵਾਰ, ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ, ਵਿਛੜ ਗਿਆ ਪਰਿਵਾਰ ਜੀ ਬਾਜਾਂ ਵਾਲੇ ਦਾ, ਵਿਛੜ ਗਿਆ ਪਰਿਵਾਰ 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 ਬਾਜਾਂ ਵਾਲੇ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇਗੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਨਦੀ ਤੇ ਵਿਛੋੜਾ ਪੈ ਗਿਆ, ਸਰਸਾ 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 ਨਦੀ ਤੇ ਵਿਛੋੜਾ ਪੈ ਗਿਆ। ਨਦੀ ਤੇ ਵਿਛੋੜਾ ਪੈ ਗਿਆ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਸਰਸਾ ਨਦੀ ਤੇ ਵਿਛੋੜਾ
ਪੈ ਗਿਆ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਨਾਲੋਂ ਵੀਰ ਵਿਛੜੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਵਿਛੜੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਵਿਛੜੇ ਸਤ ਪੋਹ ਦੀ ਸਵੇਰ ਨੂੰ ਫਿਰ ਬਾਜਾਂ ਵਾਲੇ ਸਤਿਗੁਰਾਂ ਦਾ ਸਾਰਾ ਪਰਿਵਾਰ ਵਿਛੜ ਗਿਆ, 3 ਹਿੱਸਿਆਂ ਵਿੱਚ ਵੰਡਿਆ ਗਿਆ। ਤੇ ਪਿਆਰਿਓ ਅਸੀਂ ਵਿਛੜਾਂਗੇ ਮਰ ਕੇ, ਪਰ ਬਾਜਾਂ ਵਾਲੇ ਸਤਿਗੁਰਾਂ ਦਾ ਜਿਉਂਦੇ ਜੀਆਂ ਦਾ ਸਾਰਾ ਪਰਿਵਾਰ ਵਿਛੜ ਗਿਆ, 3 ਹਿੱਸਿਆਂ ਵਿੱਚ ਵੰਡਿਆ ਗਿਆ। ਤੇ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਨੂੰ ਲੈ ਕੇ 40 ਸਿੰਘ ਨਾਲ ਨੇ ਤੇ ਕੁਝ ਸਮਾਂ ਕੋਟਲਾ ਨਿਹੰਗ ਖਾਂ ਦੇ ਘਰ ਰੁਕੇ ਆ। ਰਸਤੇ ਵਿੱਚ ਜਾ ਰਹੇ ਆ, ਭਾਈ ਦਇਆ ਸਿੰਘ ਜੀ ਪਿੱਛਾਂ ਮੁੜ ਮੁੜ ਕੇ ਵੇਖਦਾ ਤੇ ਮਹਾਰਾਜ ਨੂੰ ਕਹਿੰਦਾ, ਬਾਜਾਂ ਵਾਲੇ ਸਤਿਗੁਰੂ ਜੀ, ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਨਹੀਂ ਦਿਸਦੇ। ਮਹਾਰਾਜ ਜੀ ਮੈਂ ਵੇਖਾਵਾਂ, ਉਹਨਾਂ ਨੂੰ ਲੱਭ ਕੇ ਲੈ ਕੇ ਆਵਾਂ। ਕਲਗੀਧਰ ਪਾਤਸ਼ਾਹ ਕੀ ਦਾ ਜਿਗਰਾ ਹੋਏਗਾ ਏਡਾ ਵੱਡਾ। ਪਾਤਸ਼ਾਹ ਜੀ ਕਹਿੰਦੇ, ਦਇਆ ਸਿੰਘਾ, ਜਿੰਨਾ ਤੂੰ ਉਹਨਾਂ ਨੂੰ ਵੇਖਣਾ ਸੀ, ਜਿੰਨਾ ਉਹਨਾਂ ਨੂੰ ਖਿਡਾਉਣਾ ਸੀ, ਜਿੰਨਾ ਮਾਤਾ ਜੀ ਦੇ ਦਰਸ਼ਨ ਕਰਨਾ ਸੀ, ਜਿੰਨੇ ਦਰਸ਼ਨ ਕਰਨੇ ਸੀ ਕਰ ਲਏ। ਨਾ ਹੀ ਤੇ ਤੈਨੂੰ ਹੁਣ ਮਾਤਾ ਜੀ ਨੇ ਮਿਲਣਾ, ਨਾ ਹੀ ਮੇਰੇ ਛੋਟੇ ਲਾਲਾ ਨੇ ਮਿਲਣਾ। ਮਰ ਜੇ ਕੀ ਕਹਿਣੇ ਹੋ। ਪਾਤਸ਼ਾਹ ਮੈਂ ਵੇਖ ਆਉਣਾ। ਨਹੀਂ ਦਇਆ ਸਿੰਘ, ਚੱਲ ਅੱਗੇ, ਅਜੀ ਬੜੀਆਂ ਰਾਹਾਂ ਦੂਰ ਨੇ, ਮੰਜ਼ਲਾਂ ਬੜੀਆਂ ਦੂਰ ਨੇ। ਕੋਟਲਾ ਨਿਹੰਗ ਖਾਂ ਦੇ ਘਰ ਗਏ। ਕੋਟਲਾ ਨਿਹੰਗ ਖਾਂ ਆਇਆ, ਕਹਿੰਦਾ ਮਹਾਰਾਜ ਮੇਰੇ ਘਰ ਚੱਲੋ। ਪਾਤਸ਼ਾਹ ਕਹਿੰਦੇ ਤੈਨੂੰ ਮਹਿੰਗਾ ਪੈ ਸਕਦਾ ਤੇਰੇ ਘਰ ਆਉਣਾ, ਸਾਨੂੰ ਸਾਡਾ ਤੇਰੇ ਘਰ ਆਉਣਾ ਨਾ ਤੈਨੂੰ ਮਹਿੰਗਾ ਪੈ ਸਕਦਾ। ਕਹਿੰਦਾ ਮਹਾਰਾਜ ਜਿੰਨਾ ਮਰਜ਼ੀ ਮਹਿੰਗਾ ਪੈ ਜਾਏ, ਪਰ ਮੇਰੇ ਘਰ ਚੱਲੋ ਤੁਸੀਂ। ਮਹਾਰਾਜ ਕੁਝ ਸਮਾਂ ਉਹਦੇ ਘਰ ਠਹਿਰੇ ਤੇ ਪਤਾ ਲੱਗਿਆ, ਖਬਰ ਮਿਲੀ ਕਿ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਭਾਈ ਬਚਿੱਤਰ ਸਿੰਘ ਬੜੇ ਸਰੀਰ ਤੇ ਫਟ ਲੱਗਿਆ, ਸਹਿ ਕਰਿਆ। ਤੇ ਪਾਤਸ਼ਾਹ ਨੇ ਆਪਣੇ ਪਿਆਰੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ ਕਿ ਬੇਟਾ ਜਾਓ, ਜਾ ਕੇ ਬਚਿੱਤਰ ਸਿੰਘ ਨੂੰ ਘੋੜੇ ਤੇ ਲੈ ਕੇ ਆਓ। ਕਿਹੜਾ ਪਿਤਾ ਹੋਏਗਾ ਐਸਾ ਦੱਸਿਓ, ਕਿਹੜਾ ਪਿਤਾ ਹੋਏਗਾ। ਅੱਗੇ ਪਤਾ ਵੀ ਦੁਸ਼ਮਨਾਂ ਨੇ ਘਟ ਨਹੀਂ ਕਰਨਾ, ਅੱਗੇ ਬੈਰੀ ਖੜਿਆ। ਪਰ ਪਾਤਸ਼ਾਹ ਕਹਿੰਦੇ ਬੇਟਾ ਤੂੰ ਜਾ। ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਉਂਦੇ ਆ। ਸਰੀਰ ਤੇ ਇੰਨੇ ਫੱਟ ਲੱਗਿਆ ਕੋਈ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਸਾਰੇ ਸਰੀਰ ਦੇ ਵਿੱਚੋਂ ਖੂਨ ਸਿਮਰਿਆ, ਸਰੀਰ ਸਾਰਾ ਖੂਨ ਨਾਲ ਭਿੱਜਾ ਹੋਇਆ। ਤੇ ਲਿਆ ਕੇ ਪਲੰਘ ਤੇ ਪਾਇਆ। ਕੋਟਲਾ ਨਿਹੰਗ ਖਾਂ ਦੇ ਘਰ ਦੇ ਮਹਾਰਾਜ ਕਹਿੰਦੇ ਚੰਗਾ ਵੀ ਨਿਹੰਗ ਖਾਂ, ਅਸੀਂ ਤੇ ਚੱਲੇ ਆ, ਪਰ ਆ ਸਾਡੇ ਸਿੱਖ ਦਾ ਤੂੰ ਖਿਆਲ ਰੱਖੀ। ਆ ਭਾਈ ਬਚਿੱਤਰ ਸਿੰਘ ਦਾ ਖਿਆਲ ਤੂੰ ਰੱਖਣਾ। ਹੁਣ ਮਹਾਰਾਜ ਬਚਿੱਤਰ ਸਿੰਘ ਕੋਲ ਗਏ। ਬਚਿੱਤਰ ਸਿੰਘ ਦੇ ਹੱਥਾਂ ਤੇ ਵੀ ਫੱਟ ਲੱਗੇ ਆ, ਹੱਥਾਂ ਵਿੱਚੋਂ ਵੀ ਖੂਨ ਸਿਮਰਿਆ। ਤੇ ਮਹਾਰਾਜ ਬੋਲੇ, ਚੰਗਾ ਪੁੱਤ ਬਚਿੱਤਰ ਸਿਆ, ਮਨ ਤੇ ਕਰਦਾ ਨਹੀਂ ਤੈਨੂੰ ਛੱਡ ਕੇ ਜਾਈਏ, ਪਰ ਇਹ ਹਾਲਾਤ ਨਹੀਂ ਜਾਣਾ ਪੈਣਾ, ਅਜੇ ਮੰਜ਼ਲਾਂ ਦੂਰ ਨੇ। ਬਚਿੱਤਰ ਸਿਆ ਤੇਰਾ ਧੰਨਵਾਦ ਹੈ, ਤੂੰ ਸਾਡੇ ਨਾਲ ਰਿਹਾ। ਕਿਧਰੇ ਮਸਤ ਹਾਥੀ ਦਾ ਮੁਕਾਬਲਾ ਕੀਤਾ, ਕਿਧਰੇ ਜ਼ਾਲਮ ਜਰਵਾਣਿਆਂ ਦੇ ਨਾਲ ਤੂੰ ਲੜਿਆ, ਸਾਡੇ ਨਾਲ ਬੜੀਆਂ ਜੰਗਾਂ ਲੜਿਆ, ਨਾਲ ਰਿਹਾ ਤੂੰ। ਸਾਡਾ ਮਨ ਨਹੀਂ ਕਰਦਾ ਤੈਨੂੰ ਛੱਡ ਕੇ ਜਾਣ ਨੂੰ। ਮਰਨ ਨੇ ਮੱਥਾ ਚੁੰਮਿਆ, ਹੱਥ ਚੁੰਮੇ ਤੇ ਕੋਟਲਾ ਨਿਹੰਗ ਖਾਂ ਦੀ ਡਿਊਟੀ ਲਾਈ ਵੀ ਸਾਡੇ ਸਿੱਖ ਦਾ ਤੂੰ ਖਿਆਲ ਰੱਖੀ। ਜਿਹੜੀ ਕਹਿੰਦੇ ਚਾਦਰ ਦਿੰਦੇ ਸੀ ਨਾ ਉੱਪਰ, ਉਹ ਚਾਦਰ 1 ਮਿੰਟ ਦੇ ਵਿੱਚ ਭਿੱਜ ਜਾਂਦੀ ਸੀ ਖੂਨ ਨਾਲ, ਇੰਨੇ ਫੱਟ ਲੱਗੇ। ਉਹ ਕਿਹਦੇ ਲਈ? ਸਾਡੇ ਲਈ, ਸਾਨੂੰ ਆਜ਼ਾਦੀ ਦਿਵਾਉਣ ਵਾਸਤੇ। ਕਿਉਂਕਿ ਸਮੇਂ ਦੀ ਹਕੂਮਤ ਗੁਲਾਮ ਬਣਾਉਣਾ ਚਾਹੁੰਦੀ ਸੀ। ਸਮੇਂ ਦੀ ਹਕੂਮਤ ਤੋਂ ਬਾਗੀ ਹੋਏ ਆ ਬਾਜਾਂ ਵਾਲੇ ਸਤਿਗੁਰੂ, ਜ਼ੁਲਮ ਦੇ ਅੱਗੇ ਝੁਕੇ ਨਹੀਂ, ਡਟੇ ਆ। ਜ਼ੁਲਮ ਦੇ ਅੱਗੇ ਡਟੇ ਆ। ਜਿਵੇਂ ਅੱਜ ਅਸੀਂ ਆਪਣੇ ਹੱਕ ਮੰਗਦੇ ਆ ਨਾ ਸੜਕਾਂ ਤੇ, ਅੱਜ ਕਿਹੜਾ ਘੱਟ ਕਰਦੇ ਆ ਸਾਡੇ ਨਾਲ। ਸਰਕਾਰਾਂ ਵੇਖੋ ਲਾਠੀ ਚਾਰਜ ਕਰਦੀਆਂ ਨਹੀਂ,
ਅਸੀਂ ਆਪਣੇ ਹੱਕ ਮੰਗਦੇ ਆ ਤੇ ਸਾਡੇ ਹੱਕ ਮੰਗਣ ਵਾਲਿਆਂ ਦੇ ਡਾਂਗਾ ਫਿਰਦੀਆਂ ਨੇ। ਤੇ ਉਹ ਤੇ ਹਾਲਾਤ ਹੀ ਬੜੇ ਭਿਆਨਕ ਸੀ ਉਸ ਵੇਲੇ ਤੇ। ਉਸ ਵੇਲੇ ਤੇ ਹਾਲਾਤ ਬੜੇ ਭਿਆਨਕ ਸੀ। ਤੇ ਮਹਾਰਾਜ ਕੋਟਲਾ ਨਿਹੰਗ ਖਾਨ ਦੇ ਘਰੋਂ ਗਏ ਤੇ ਪਹੁੰਚੇ ਕਿੱਥੇ ਆ ਹੁਣ? ਚਮਕੌਰ ਦੀ ਗੜੀ ਵਿੱਚ। ਬੁੱਧੀ ਚੰਦ ਤੇ ਗਰੀਬ ਚੰਦ ਦੇ ਦੋ ਭਰਾ ਨੇ ਮਹਾਰਾਜ ਨੇ ਸਿੰਘਾਂ ਨੂੰ ਭੇਜਿਆ ਵੀ ਬੁੱਧੀ ਚੰਦ ਨੂੰ ਬੁਲਾ ਕੇ ਲੈ ਕੇ ਆਓ। ਸਿੱਠ ਬੁੱਧੀ ਚੰਦ ਆਇਆ ਤੇ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਘਰ ਚੱਲੋ, ਤੁਸੀਂ ਮੇਰੇ ਘਰ ਠਹਿਰੋ ਤੁਸੀਂ। ਤੇ ਬਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ, ਬੁੱਧੀ ਚੰਦ ਤੇਰੇ ਘਰ ਨਹੀਂ ਜਾ ਸਕਦੇ, ਜੇ ਤੇਰੇ ਘਰ ਜਾਵਾਂਗੇ ਤੇ ਸਮੇਂ ਦੀ ਹਕੂਮਤ ਨੂੰ ਪਤਾ ਲੱਗੇਗਾ ਤੇ ਕਹਿਣਗੇ ਵੀ ਸਮੇਂ ਦੇ ਬਾਗੀ ਨੂੰ ਇਹਨੇ ਪਨਾਹ ਦਿੱਤੀ ਹੈ ਤੇ ਤੇਰੇ ਘਰ ਦਾ ਨੁਕਸਾਨ ਹੋਏਗਾ। ਮੈਂ ਨਹੀਂ ਚਾਹੁੰਦਾ ਤੇਰੇ ਪੁੱਤਰਾਂ ਤੇ ਮੁਸੀਬਤ ਆਵੇ, ਮੈਂ ਨਹੀਂ ਚਾਹੁੰਦਾ ਮਹਾਰਾਜ ਕਹਿੰਦੇ ਤੇਰੇ ਪਰਿਵਾਰ ਤੇ ਕੋਈ ਕਠਿਨ ਸਮਾਂ ਆਵੇ, ਮੈਂ ਨਹੀਂ ਚਾਹੁੰਦਾ। ਮਹਾਰਾਜ ਜੀ ਕਹਿੰਦੇ, ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਹਵੇਲੀ ਹੈ ਕੱਚੀ ਗੜੀ ਹੈ ਉਹ ਦੇ ਦੇ ਸਾਨੂੰ ਬਸ। ਹੱਥ ਜੋੜ ਲੈ, ਪਾਤਸ਼ਾਹ ਮੇਰਾ ਕੀ ਹੈ ਇੱਥੇ, ਸਾਰਾ ਕੁਝ ਤੁਹਾਡਾ। ਮਹਾਰਾਜ ਮੇਰਾ ਕੀ ਹੈ? ਪਾਤਸ਼ਾਹ ਮੇਰੇ ਘਰ ਚਲੋ। ਮਹਾਰਾਜ ਕਹਿੰਦੇ ਨਹੀਂ ਜਾਣਾ। ਤੇ ਮਹਾਰਾਜ ਕਹਿੰਦੇ ਹਵੇਲੀ ਦੇ। ਤੇ ਪਾਤਸ਼ਾਹ ਜੀ ਫਿਰ ਚਮਕੌਰ ਦੀ ਗੜੀ ਵਿੱਚ ਜਾਂਦੇ ਆ। ਤੇ ਮਹਾਰਾਜ ਨੇ ਇਹ ਵੀ ਕਿਹਾ ਬੁੱਧੀ ਚੰਦ ਨੂੰ, ਬੁੱਧੀ ਚੰਦ ਜੇ ਕੋਈ ਤੇਰੇ ਕੋਲ ਆਵੇ ਨਾ ਹਕੂਮਤ ਦਾ ਬੰਦਾ, ਤੇਰੇ ਤੋਂ ਆ ਕੇ ਪੁੱਛਣ ਵੀ ਤੂੰ ਹਵੇਲੀ ਕਿਉਂ ਦਿੱਤੀ ਆ, ਆਪਣੀ ਗੜੀ ਕਿਉਂ ਦਿੱਤੀ ਆ, ਤੂੰ ਇਹ ਆਖਣਾ ਵੀ ਮੈਂ ਨਹੀਂ ਦਿੱਤੀ, ਉਹਨਾਂ ਨੇ ਧੱਕੇ ਨਾਲ ਆ ਕੇ ਕਬਜ਼ਾ ਕੀਤਾ। ਜੇ ਤੂੰ ਇਹ ਆਖ ਦਿੱਤਾ ਵੀ ਮੈਂ ਦਿੱਤੀ ਆ, ਫੇਰ ਤੇਰੇ ਤੇ ਦੁੱਖ ਆਏਗਾ। ਫੇਰ ਤੈਨੂੰ ਤੰਗ ਕਰਨਗੇ, ਤੇਰਾ ਨੁਕਸਾਨ ਹੋਏਗਾ ਤੇਰੇ ਪਰਿਵਾਰ ਦਾ। ਮਾਰੇ ਕਹਿੰਦੇ ਇਹ ਨਾ ਕੀ ਆਖਦੇ ਵੀ ਧੱਕੇ ਦੇ ਨਾਲ ਉਹਨਾਂ ਨੇ ਕਬਜ਼ਾ ਕੀਤਾ। ਤੇ 7 ਪੋਹ ਦੀ ਰਾਤ ਨੂੰ ਫਿਰ ਚਮਕੌਰ ਦੀ ਗੜੀ ਦੇ ਵਿੱਚ ਉਤਾਰਾ ਕੀਤਾ। ਸਿੰਘ ਥੱਕੇ ਹਾਰੇ ਸੀ ਤੇ ਘੋੜੇ ਦੀਆਂ ਕਾਠੀਆਂ ਤੇ ਜਿਹੜੇ ਕੱਪੜੇ ਵਸਾਏ ਸੀ ਉਹੀ ਕੱਪੜੇ ਥੱਲੇ ਵਸਾ ਲਏ। ਜ਼ਮੀਨ ਤੇ ਕੱਪੜੇ ਵਸਾ ਕੇ ਉਹੀ ਘੋੜੇ ਦੀਆਂ ਕਾਠੀਆਂ ਤੋਂ ਕੱਪੜੇ ਉਤਾਰ ਕੇ ਤੇ ਜ਼ਮੀਨ ਤੇ ਵਸਾ ਲਏ ਤੇ ਉਹਨਾਂ ਦੀ ਪੈ ਗਏ ਸਿੰਘ। ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ, ਕਈਆਂ ਨੇ ਕੋਠਾ ਸਿੰਘ ਲਿਖਿਆ, ਇਹ ਪਹਿਰਾ ਦੇ ਰਹੇ ਸੀ। ਤੇ ਮਹਾਰਾਜ ਬਾਹਰ ਆਏ ਤੇ ਪਾਤਸ਼ਾਹ ਕਹਿੰਦੇ ਬਈ ਸਿੰਘੋ ਤੁਸੀਂ ਆਰਾਮ ਕਰੋ, ਮੈਂ ਪਹਿਰਾ ਦਿੰਦਾ, ਤੁਸੀਂ ਆਰਾਮ ਕਰੋ, ਤੁਸੀਂ ਆਰਾਮ ਕਰੋ ਤੇ ਮੈਂ ਪਹਿਰਾ ਦੇਵਾਂਗਾ। ਤੇ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਕਹਿੰਦੇ ਨਹੀਂ ਮਹਾਰਾਜ ਪਹਿਰਾ ਅਸੀਂ ਦੇਵਾਂਗੇ, ਸਾਡੀ ਡਿਊਟੀ ਹੈ, ਪਹਿਰਾ ਦੇਵਾਂਗੇ ਆਪ, ਤੁਸੀਂ ਆਰਾਮ ਕਰੋ। ਮਹਾਰਾਜ ਕਹਿੰਦੇ ਨਹੀਂ ਹੌਲੀ ਬੋਲੋ, ਸਿੰਘ ਸੁੱਤੇ ਪਏ ਆ, ਆਰਾਮ ਕਰ ਰਹੇ ਆ, ਇਹਨਾਂ ਨੇ ਕੱਲ ਨੂੰ ਜੰਗ ਵਿੱਚ ਜਾਣਾ। ਤੇ ਕਿਹੜਾ ਗੁਰੂ ਹੋਏਗਾ ਪਿਆਰਿਓ? ਗੁਰੂ ਪਾਤਸ਼ਾਹ ਕਹਿੰਦੇ ਮੈਂ ਪਹਿਰਾ ਦੇਵਾਂਗਾ, ਮੈਂ ਦਰਵਾਜ਼ੇ ਤੇ ਖੜਾਂਗਾ, ਤੁਸੀਂ ਆਰਾਮ ਕਰੋ। ਤੇ ਸਾਰੇ ਸਿੰਘ ਸੌਂ ਗਏ। ਭਾਈ ਮਦਨ ਸਿੰਘ ਜੀ ਵੀ, ਭਾਈ ਕਾਠਾ ਸਿੰਘ ਜੀ ਵੀ ਸੌਂ ਗਏ। ਤੇ ਬਾਜਾਂ ਵਾਲੇ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਲਈ ਸਾਰੀ ਰਾਤ ਪਹਿਰਾ ਦਿੰਦੇ ਰਹੇ। ਐਸਾ ਗੁਰੂ ਕਿੱਥੋਂ ਲੱਭੇਗਾ? ਕਿਹੜਾ ਗੁਰੂ ਆ ਜਿਹੜਾ ਆਪਣੇ ਸਿੱਖਾਂ ਲਈ ਪਹਿਰਾ ਦੇਵੇ, ਜਿਹੜਾ ਪਹਿਰੇਦਾਰ ਬਣ ਕੇ ਖੜ ਜਾਏ? ਉਹ ਬਾਜਾਂ ਵਾਲਾ ਸਤਿਗੁਰੂ ਤੇ ਇੱਕ ਵੇਸਵਾ ਦੇ ਬੂਹੇ ਅੱਗੇ ਭਾਈ ਜੋਗੇ ਨੂੰ ਬਚਾਉਣ ਵਾਸਤੇ ਖੜ ਗਿਆ ਪਹਿਰੇਦਾਰ ਬਣ ਕੇ। ਤੇ ਸਾਡੇ ਸਤਿਗੁਰੂ ਸਾਨੂੰ ਹਰ ਵੇਲੇ ਰੋਕਦੇ ਆ, ਸਿੱਖਾਂ ਕੰਮਾਂ ਵਿੱਚ ਨਾ ਫਸ ਜਾਈਂ। ਸਾਡੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਹਰ ਵੇਲੇ ਅੰਗ ਸੰਗ ਨੇ, ਜੇ ਬਾਣੀ ਪੜ੍ਹੀਏ ਜੀ ਸਮਝੀਏ। ਤੇ ਅੱਜ 7 ਪੋਹ ਦੀ ਰਾਤ ਨੂੰ ਬਾਜਾਂ ਵਾਲੇ ਸਤਿਗੁਰੂ ਕੱਲੇ ਕੱਲੇ ਸਿੰਘ ਕੋਲ ਜਾਂਦੇ ਆ। ਕਈਆਂ ਦੀਆਂ ਦਸਤਾਰਾਂ ਲੈ ਗਈਆਂ, ਗਿੱਲੇ ਬਸਤਰ ਸੀ ਕਿਉਂਕਿ ਸਰਸਾਂ ਨੂੰ ਪਾਰ ਕਰਕੇ ਆਇਆ। ਵੇਖੋ ਕਈ ਦਿਨ ਕੱਪੜੇ ਸੁੱਕਦੇ ਨਹੀਂ, ਹੁਣ ਅਸੀਂ ਧੋ ਦਈਏ ਨਾ ਕੱਪੜੇ, ਕਈ ਦਿਨ ਸੁੱਕਦੇ ਨਹੀਂ ਠੰਡ ਵਿੱਚ। ਕਈਆਂ ਦੇ ਘਰਾਂ ਵਿੱਚ ਮਸ਼ੀਨਾਂ ਨੇ, ਉਹ ਤੇ ਸੁਕਾ ਸਕਦੇ ਆ, ਉੱਥੇ ਕਿਹੜਾ ਸਾਧਨ ਸੀ ਨਾਲ? ਉਹੀ ਗਿੱਲੇ ਬਸਤਰ ਪਾਇਆ, ਕੀ ਠੰਡ ਨਹੀਂ ਲੱਗਦੀ ਹੋਏਗੀ? ਕੀ ਠੰਡ ਨਹੀਂ ਲੱਗਦੀ ਹੋਏਗੀ? ਪਰ ਵੇਖੋ ਪਤਾ ਵੀ ਇਤਿਹਾਸ ਬਣੇਗਾ, ਮੰਜ਼ਲ ਤੇ ਪਹੁੰਚਣਾ, ਜ਼ੁਲਮ ਦੇ ਨਾਲ ਟੱਕਰ ਲਈਏ ਵੀ ਬੜੇ ਦੁੱਖ ਝੱਲਣੇ ਪੈਣਗੇ। ਮਹਾਰਾਜ ਕੱਲੇ ਕੱਲੇ ਸਿੰਘ ਕੋਲ ਜਾਂਦੇ ਆ, ਕਈਆਂ ਦੇ ਸਰੀਰਾਂ ਤੇ ਫੱਟ ਲੱਗੇ ਆ, ਕਈਆਂ ਦੇ ਹੱਥਾਂ ਤੇ ਫੱਟ ਲੱਗੇ ਆ। ਬਾਜਾਂ ਵਾਲੇ ਸਤਿਗੁਰੂ ਜੀ ਉਹਨਾਂ ਦੇ ਹੱਥਾਂ ਨੂੰ ਚੁੰਮਦੇ ਆ। ਕਈ ਥੱਕੇ ਹਾਰੇ ਪਏ ਆ, ਲੱਗਦਾ ਵੀ ਜ਼ਿਆਦਾ ਥੱਕਿਆ ਹੋਇਆ, ਤੇ ਮਹਾਰਾਜ ਦੇ ਚਰਨਾਂ ਨੂੰ ਵੀ ਘੁੱਟਦੇ ਆ, ਉਹਦੀਆਂ ਲੱਤਾਂ ਵੀ ਘੁੱਟਦੇ ਆ। ਕਿਹੜਾ ਗੁਰੂ ਲੱਭੇਗਾ ਸਾਨੂੰ? ਦੱਸੋ, ਕਿਹੜਾ ਸਾਡੇ ਚਰਨ ਫੜ ਲਏਗਾ?
ਕਿਹੜਾ ਸਾਡੇ ਪੈਰਾਂ ਨੂੰ ਫੜੇਗਾ, ਕਿਹੜਾ ਸਾਡੇ ਹੱਥ ਚੁੰਮ ਲਏਗਾ? ਕੋਈ ਹੈ ਗੁਰੂ ਅੱਜ? ਇਹ ਤੇ ਬਾਜਾਂ ਵਾਲੀ ਦੀ ਦੇਣ ਆ ਸਾਰੀ। ਤਾਈ ਤੇ ਕਹਿੰਦੇ ਬਾਜਾਂ ਵਾਲਿਆ ਤੇਰੇ ਵਰਗਾ ਕੋਈ ਹੋਇਆ ਨਹੀਂ। ਲੱਖਾਂ ਆ ਲੱਖਾਂ ਇੱਥੇ ਬੜੇ ਰੀਸਾਂ ਕਰ ਕਰਕੇ ਚਲੇ ਗਏ, ਪਰ ਬਣਿਆ ਥੋੜੀ, ਬਣ ਥੋੜੀ ਗਿਆ ਕੋਈ ਬਾਜਾਂ ਵਾਲਾ ਜੇ ਰੀਸਾਂ ਕਰ ਲਈਆਂ। ਤੇ ਪਿਆਰਿਓ ਮਹਾਰਾਜ ਕੱਲੇ ਕੱਲੇ ਸਿੰਘ ਕੋਲ ਜਾਂਦੇ ਆ, ਕਈਆਂ ਦੀਆਂ ਦਸਤਾਰਾਂ ਲਈਆਂ ਨੇ, ਕੱਪੜੇ ਵਸਤਰ ਗਿੱਲੇ ਆ, ਤੇ ਮਹਾਰਾਜ ਉਹਨਾਂ ਨੂੰ ਪਿਆਰ ਦਿੰਦੇ ਆ ਵੀ ਸਿੰਘੋ ਤੁਹਾਡਾ ਧੰਨਵਾਦ ਹੈ, ਤੁਸੀਂ ਇੰਨੇ ਕਠਿਨ ਸਮੇਂ ਵਿੱਚ ਵੀ ਮੇਰੇ ਨਾਲ ਖੜੇ ਹੋ, ਤੁਸੀਂ ਮੇਰੇ ਨਾਲ ਖੜੇ ਹੋ। ਆ ਵੇਖੋ ਅਸੀਂ ਲਾਇਆ ਉੱਥੇ ਮੋਰਚਾ ਲਾਇਆ ਦਿੱਲੀ ਵਿੱਚ, ਕਿੰਨੇ ਲੋਕੀ ਗਏ। ਪਹਿਲਾਂ ਜਥੇਦਾਰ ਤੁਰੇ, ਪਹਿਲਾਂ ਅੱਗੇ ਆਗੂ ਤੁਰੇ, ਤੇ ਉਹਨਾਂ ਪਿੱਛੇ ਕਿੰਨੇ ਗਏ? ਫਿਰ 700 ਤੋਂ ਉੱਪਰ ਨੇ ਕਿਸਾਨਾਂ ਨੇ ਜਾਨਾਂ ਵਾਰੀਆਂ ਨਹੀਂ ਆਪਣੀਆਂ। ਇਹ ਮੋਰਚਾ ਇੰਜੀ ਥੋੜੀ ਜਿੱਤੇ ਸੀ ਕਿ ਇਹ ਆ ਗਏ ਜਿੱਤ ਕੇ ਨੱਚ ਲਏ, ਭੰਗੜੇ ਪਾਲੇ ਵਸੇ ਥੋੜੀ ਆ। ਉਹ 700 ਨੂੰ ਵੀ ਯਾਦ ਰੱਖਿਓ, ਜਿਨ੍ਹਾਂ ਦੀ ਇਹਦੇ ਵਿੱਚ ਸਭ ਤੋਂ ਵੱਡੀ ਦੇਣ ਆ, ਜਿਹੜੇ ਸਾਡੇ ਲਈ ਜਾਗ ਲਾ ਕੇ ਗਏ ਆ, ਉਹਨਾਂ ਦੇ ਪਰਿਵਾਰਾਂ ਨੂੰ ਯਾਦ ਰੱਖਿਓ। ਇੱਥੇ ਹੀ ਨਾ ਹੋਵੇ ਫੁਕਰੀਆਂ ਮਾਰੀਏ ਵੀ ਜਿੱਤ ਗਏ ਜਿੱਤ ਗਏ। ਉਹਨਾਂ ਕਿਸਾਨਾਂ ਨੂੰ ਯਾਦ ਰੱਖਿਓ ਜਿਨ੍ਹਾਂ ਨੇ ਇਹ ਸ਼ਹਾਦਤਾਂ ਦਿੱਤੀਆਂ ਸਾਡੇ ਲਈ। ਤੇ ਪਿਆਰਿਓ ਬਾਜਾਂ ਵਾਲੇ ਸਤਿਗੁਰੂ ਕੱਲੇ ਕੱਲੇ ਸਿੰਘ ਕੋਲ ਜਾਂਦੇ ਆ, ਤੇ ਹੁਣ ਮਹਾਰਾਜ ਆਪਣੇ ਪੁੱਤਰਾਂ ਕੋਲ ਵੀ ਗਏ। ਜਿੱਥੇ ਸਿੰਘ ਪਿਆ ਉੱਥੇ ਬਾਬਾ ਜੀਤ ਸਿੰਘ ਤੇ ਜੁਝਾਰ ਸਿੰਘ ਭੁੰਜੇ ਪਏ ਧਰਤੀ ਤੇ, ਉੱਪਰ ਕੋਈ ਕੱਪੜਾ ਨਹੀਂ, ਥੱਲੇ ਕੱਪੜਾ ਵਸਾਇਆ। ਅਸੀਂ ਰਾਤ ਨੂੰ ਸੌਣਾ ਤੇ ਰਜਾਈਆਂ ਲੈ ਕੇ ਸੌਂਦੇ ਆ। ਸੋਹਣੇ ਸੋਹਣੇ ਗੱਦੇ ਨੇ ਸਾਡੇ ਕੋਲ, ਸੋਹਣੀਆਂ ਸੋਹਣੀਆਂ ਰਜਾਈਆਂ ਰੱਖੀਆਂ ਨੇ, ਸਾਡੇ ਕਮਰਿਆਂ ਵਿੱਚ ਹੀਟਰ ਲੱਗੇ ਆ। ਪਰ ਬਾਜਾਂ ਵਾਲੇ ਦੇ ਪੁੱਤਰਾਂ ਤੇ ਕੋਈ ਹੀਟਰ ਨਹੀਂ, ਕੋਈ ਰਜਾਈ ਨਹੀਂ, ਉੱਪਰ ਕੋਈ ਥੱਲੇ ਕੱਪੜਾ ਨਹੀਂ। ਪਰ ਸਾਡੇ ਲਈ ਦੁੱਖ ਚੱਲ ਰਿਹਾ। ਸਿੱਖਾ ਜੇ ਤੂੰ ਅੱਜ ਪੋਲੇ ਪੋਲੇ ਗੱਦਿਆਂ ਤੇ ਪਿਆ, ਰਜਾਈਆਂ ਵਿੱਚ ਪਿਆ, ਇਹ ਦੇਣ ਬਾਜਾਂ ਵਾਲੇ ਦੀ ਹੈ ਸਾਰੀ। ਤੈਨੂੰ ਕਿਹਨੇ ਪੁੱਛਣਾ ਸੀ ਨਹੀਂ ਇੱਥੇ, ਤੂੰ ਗੁਲਾਮ ਹੁੰਦਾ। ਤੇ ਬਾਜਾਂ ਵਾਲੇ ਸਤਿਗੁਰੂ ਆਪਣੇ ਪੁੱਤਰਾਂ ਨੂੰ ਪਿਆਰ ਦਿੰਦੇ ਆ। ਪਹਿਲਾਂ ਸਿੰਘਾਂ ਨੂੰ ਪਿਆਰ ਦਿੱਤਾ ਹੀ ਨਹੀਂ, ਪਹਿਲਾਂ ਪੁੱਤਰਾਂ ਕੋਲ ਗਏ, ਪਹਿਲਾਂ ਸਿੰਘਾਂ ਕੋਲ ਗਏ, ਫਿਰ ਪੁੱਤਰਾਂ ਨੂੰ ਵੇਖਦੇ ਆ। ਬਾਬਾ ਜੀਤ ਸਿੰਘ ਨੂੰ ਮਿਲੇ ਆ, ਜੁਝਾਰ ਸਿੰਘ ਨੂੰ ਮਿਲਿਆ, ਬੇਟਾ ਸਵੇਰ ਹੋ ਚੁੱਕੀ ਹੈ, ਉੱਠੋ ਬੇਟਾ। ਸਾਰੀ ਰਾਤ ਮਹਾਰਾਜ ਸੁੱਤੇ ਨਹੀਂ, ਸਾਰੀ ਰਾਤ ਸੁੱਤੇ ਨਹੀਂ ਮਹਾਰਾਜ। 8 ਪੋਹ ਦੀ ਸਵੇਰ ਹੋ ਗਈ ਤੇ ਬਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ ਸਿੰਘ ਉੱਠੋ। ਹੁਣ ਕੱਲੇ ਕੱਲੇ ਸਿੰਘ ਨੂੰ ਮਹਾਰਾਜ ਆਪ ਜਗਾਉਂਦੇ, ਸਿੰਘ ਉੱਠੋ, ਨਿਤਨੇਮ ਦਾ ਸਮਾਂ ਹੋਇਆ, ਆਓ ਵੱਡੇ ਕੀਆਂ ਵਡਿਆਈਆਂ ਕਰੀਏ, ਆਓ ਉਹਦਾ ਸ਼ੁਕਰਾਨਾ ਕਰੀਏ ਮਾਲਕ ਦਾ, ਉਹਦੇ ਗੁਣਾਂ ਨੂੰ ਗਾਈਏ। ਅੰਦਰ 40 ਸਿੰਘ ਸੀ, ਗੁਰੂ ਕੇ ਲਾਲ ਸੀ, ਤੇ ਇਹਨਾਂ ਸਾਰਿਆਂ ਨੇ ਮਿਲ ਕੇ ਫਿਰ ਨਿਤਨੇਮ ਕੀਤਾ। ਤੇ ਇੱਧਰ ਬਾਹਰ ਜਦੋਂ ਖਬਰ ਮਿਲੀ ਕਿ ਬਾਹਰ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨੇ ਘੇਰਾਬੰਦੀ ਕਰ ਲਈ ਹੈ, ਲਿਖਣ ਵਾਲਾ ਲਿਖਦਾ 10 ਲੱਖ ਫੌਜ ਸੀ ਘੇਰਾਬੰਦੀ ਕੀਤੀ। ਜਦੋਂ ਅੱਜ ਜਦੋਂ ਦਿੱਲੀ ਦੇ ਬਾਰਡਰਾਂ ਤੇ ਸੀ, ਵੇਖੋ ਕਿਸਾਨ ਗਿਆ, ਕੀ ਕੁਝ ਨਹੀਂ ਕੀਤਾ ਉਹਨਾਂ ਨੇ, ਕਿੰਨੀਆਂ ਫੋਰਸਾਂ ਲਾਈਆਂ, ਕੁਝ ਛੱਡਿਆ ਉਹਨਾਂ ਨੇ। ਆਰਮੀ ਵੀ ਲਾ ਦਿੱਤੀ ਸੀ, ਕੱਲੀ ਪੁਲਿਸ ਦੀ ਗੱਲ ਨਹੀਂ ਵੀ ਦਿੱਲੀ ਪੁਲਿਸ ਹੀ ਲੱਗੀ ਸੀ, ਕਿੰਨਾ ਕੁਝ ਕੀਤਾ ਉਹਨਾਂ ਨੇ। ਫਿਰ ਅਸੀਂ ਤੇ ਹੱਕ ਮੰਗ ਰਹੇ ਸੀ, ਤੇ ਅੱਜ ਬਾਜਾਂ ਵਾਲਾ ਸਤਿਗੁਰੂ ਵੀ ਸਾਡੇ ਹੱਕਾਂ ਲਈ ਲੜ ਰਿਹਾ, ਬਾਜਾਂ ਵਾਲਾ ਪਿਤਾ ਵੀ ਸਾਡੇ ਹੱਕਾਂ ਲਈ ਲੜ ਰਿਹਾ। ਪਤਾ ਲੱਗਾ ਵੀ ਬਾਹਰ 10 ਲੱਖ ਫੌਜ ਨੇ ਘੇਰਾਬੰਦੀ ਕਰ ਲਈ ਹੈ, ਅੰਦਰ 40 ਨੇ। ਵੇਖੋ ਕਿੱਡਾ ਵੱਡਾ ਡਰ ਸੀ, ਕਿੱਡਾ ਵੱਡਾ ਡਰ ਸੀ ਸਮੇਂ ਦੀ ਹਕੂਮਤ ਨੂੰ। ਮਹਾਰਾਜ ਬਾਹਰ ਆਲੇ ਦੁਆਲੇ ਤੋਂ ਘੇਰ ਲਿਆ, ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਫਿਰ ਮਹਾਰਾਜ ਡਰੇ ਨਹੀਂ। ਜੇ ਇਹ 10 ਲੱਖ ਫੌਜਾਂ ਲਿਆ ਸਕਦੇ, ਖਬਰ ਮਿਲੀ ਜਦੋਂ ਮੇਰਾ ਇੱਕ ਸਿੰਘ 1.25 ਲੱਖ ਨਾਲ ਲੜੇਗਾ, ਭਾਰੀ ਪਏਗਾ, ਇੱਕ ਸਿੰਘ 1.25 ਲੱਖ ਤੇ ਭਾਰੂ ਪਏਗਾ। ਇਹ ਬਚਨ ਕੀਤੇ ਮਹਾਰਾਜ ਨੇ। ਇਹ ਨਹੀਂ ਵੀ ਅਸੀਂ ਡੋਲ ਜਾਵਾਂਗੇ, ਝੁਕ ਜਾਵਾਂਗੇ ਜ਼ੁਲਮ ਦੇ ਅੱਗੇ, ਲੜਾਂਗੇ। ਲੱਖਾਂ ਦੀ ਗਿਣਤੀ ਕੀ, ਭਾਵੇਂ ਕਰੋੜਾਂ ਵਿੱਚ ਲੈ ਆਵੇਂ ਤੂੰ, ਭਾਵੇਂ ਸਾਰੇ ਇੱਕ ਪਾਸੇ ਹੋ ਜਾਣ। ਇਹ ਯਾਦ ਰੱਖਿਓ, ਜੇ ਸੱਚ ਨਾਲ ਖੜੇ ਤੇ ਖੜੇ ਰਹੋ। ਤੇ ਅੱਜ ਦੁਸ਼ਮਣ ਜ਼ਿਆਦਾ ਨੇ ਤੇ ਨਾਲ ਤੇ 40 ਨੇ, ਪਰ ਮਹਾਰਾਜ ਸਾਡੇ ਲਈ ਲੜ ਰਹੇ ਆ। ਤੇ ਅੱਜ 7 ਪੋਹ ਦੀ ਸਵੇਰ
7 ਪੋਹ ਦੀ ਰਾਤ ਲੰਘੀ, 8 ਪੋਹ ਦੀ ਸਵੇਰ ਹੋਈ ਤੇ ਮਹਾਰਾਜ ਕਹਿੰਦੇ ਚਲੋ ਵੀ ਹੁਣ ਸਿੰਘੋ ਜਥੇਬੰਦੀਆਂ ਬਣਾ ਕੇ ਮਹਾਰਾਜ ਭੇਜਿਆ। 8 ਸਿੰਘਾਂ ਦਾ ਜਥਾ ਭੇਜਿਆ। 10 ਲੱਖ ਫੌਜ ਆ, 8 ਸਿੰਘਾਂ ਨੂੰ ਭੇਜਣਗੇ, 1.25 ਲੱਖ ਇੱਕ ਨੂੰ ਆਇਆ। ਤੇ ਮਹਾਰਾਜ ਕਹਿੰਦੇ ਸਿੰਘੋ ਜਾਓ, ਜਾ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਵੈਰੀਆਂ ਦੇ ਆਹੂ ਲਾਹੋ, ਉਹਨਾਂ ਨਾਲ ਲੜੋ। ਤੇ ਇੱਥੇ ਵੀ ਲਿਖਿਆ, ਕਿਉਂਕਿ ਸਮਾਂ ਥੋੜਾ, ਇਤਿਹਾਸ ਬਹੁਤ ਵੱਡਾ। ਪਾਤਸ਼ਾਹ ਜੀ ਆਪਣੇ ਪੁੱਤਰ ਨੂੰ ਭੇਜਦੇ ਆ। ਅਜੀਤ ਸਿੰਘ ਆਉਂਦਾ, ਪਿਤਾ ਜੀ ਮੈਂ ਜਾਣਾ ਜੰਗ ਨੂੰ। ਮਹਾਰਾਜ ਬੜੇ ਖੁਸ਼ ਹੁੰਦੇ ਆ, ਅਜੀਤ ਸਿੰਘ ਨੂੰ ਤਿਆਰ ਕਰਦੇ ਆ। ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਆਪਣੇ ਪੁੱਤਰ ਨੂੰ ਨਾ ਤੋਰੋ। ਅਸੀਂ ਹਾਂ ਮਹਾਰਾਜ, ਫੌਜਾਂ ਦੀ ਗਿਣਤੀ ਬਹੁਤ ਆ ਬਾਹਰ, ਬਹੁਤ ਗਿਣਤੀ ਹੈ। ਮਹਾਰਾਜ ਆਪਣੇ ਪੁੱਤਰ ਨੂੰ ਰੱਖ ਲਓ। ਅਸੀਂ ਹਾਂ, ਅਸੀਂ ਲੜਾਂਗੇ ਜਾ ਕੇ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ, ਲੋਕੀ ਕਹਿਣਗੇ ਫਿਰ ਵੀ ਗੋਬਿੰਦ ਸਿੰਘ ਨੇ ਆਪਣੇ ਪੁੱਤ ਬਚਾ ਲਏ ਤੇ ਲੋਕਾਂ ਦੇ ਪੁੱਤ ਮਾਰਾ ਦੇ। ਇਹ ਮੈਂ ਕਹਾ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹ ਨਹੀਂ ਕਹਾ ਸਕਦਾ। ਕਈਆਂ ਨੇ ਅੱਜ ਵੀ ਕਹਿਣਾ, ਬੜੇ ਕਹਿਣ ਵਾਲੇ ਆ, ਬੜੇ ਨਾਸਤਕ ਬੈਠੇ ਇੱਥੇ ਜਿਹੜੇ ਗੁਰੂ ਨੂੰ ਮੰਨਦੇ ਹੀ ਨਹੀਂ, ਪਰ ਆਖਰ ਨੂੰ ਮੰਨਣਾ ਪੈਂਦਾ। ਜੇ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਆ, ਇਹ ਬਾਜਾਂ ਵਾਲੀ ਦੀ ਦੇਣ ਆ। ਪਹਿਲਾਂ ਵੀ ਕਿਹਾ, ਜੇ ਮੰਦਰਾਂ ਵਿੱਚ ਟੱਲ ਖੜਕਦੇ ਆ, ਜੇ ਅੱਜ ਆਰਤੀਆਂ ਹੁੰਦੀਆਂ ਨੇ, ਇਹ ਗੁਰੂ ਤੇਗ ਬਹਾਦਰ ਜੀਆਂ ਦੀ ਬਾਜਾਂ ਵਾਲੇ ਸਤਿਗੁਰਾਂ ਦੀ ਦੇਣ ਆ, ਇਹ ਕਿਸੇ ਦੀ ਦੇਣ ਨਹੀਂ ਹੋਰ। ਅੱਜ ਨੂੰ ਇਹ ਜਿਹੜਾ ਅਸੀਂ ਕਹਿੰਦੇ ਆ ਭਾਰਤ ਹੈ, ਇਹ ਗੁਲਾਮ ਹੋਣਾ ਸੀ ਜੇ ਬਾਜਾਂ ਵਾਲਾ ਸਤਿਗੁਰੂ ਆਪਣੇ ਪੁੱਤਰਾਂ ਦਾ ਬਲੀਦਾਨ ਨਾ ਦਿੰਦਾ। ਤੇ ਪੁੱਤਰ ਨੂੰ ਤੋਰਦਿਆਂ ਮਹਾਰਾਜ ਕਹਿੰਦੇ ਸਿੰਘੋ ਅੱਜ ਮੇਰਾ ਅਜੀਤ ਸਿੰਘ ਮੌਤ ਨੂੰ ਵਿਆਹਣ ਚੱਲਿਆ, ਮੈਨੂੰ ਵਧਾਈਆਂ ਦਿਓ। ਕਹਿੰਦੇ ਮਹਾਰਾਜ ਬਾਹਰ ਦੁਸ਼ਮਣ ਖੜੇ ਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਤਾਰੇ ਗਿਣੇ ਜਾ ਸਕਦੇ ਆ, ਆ ਰਹੇ ਤੀਰ ਗਿਣੇ ਨਹੀਂ ਜਾ ਸਕਦੇ। ਬਾਜਾਂ ਵਾਲੇ ਸਤਿਗੁਰੂ ਜੀ ਵਧਾਈਆਂ ਕਾਹਦੀਆਂ? ਉਹ ਸਿੰਘੋ ਮੈਨੂੰ ਵਧਾਈਆਂ ਦਿਓ, ਅੱਜ ਮੇਰਾ ਅਜੀਤ ਸਿੰਘ ਲਾੜੀ ਮੌਤ ਨੂੰ ਵਿਆਹਣ ਚੱਲਿਆ। ਕਿਹੜਾ ਪਿਤਾ ਹੋਏਗਾ, ਕਿਹੜਾ ਸਪਿਰਿਟ ਭਰ ਦੇਗਾ ਐਸਾ? ਕਿਉਂਕਿ ਮਹਾਰਾਜ ਚਾਹੁੰਦੇ ਸੀ ਵੀ ਸਿੰਘਾਂ ਦਾ ਮਨੋਬਲ ਨਾ ਡਿੱਗ ਜਾਏ, ਵੀ ਪੁੱਤਰ ਚੱਲਿਆ ਮਹਾਰਾਜ ਦਾ। ਮਹਾਰਾਜ ਕਹਿੰਦੇ ਸਿੰਘੋ ਵਧਾਈਆਂ ਦਿਓ ਮੈਨੂੰ, ਮੇਰਾ ਅਜੀਤ ਸਿੰਘ ਲਾੜੀ ਮੌਤ ਨੂੰ ਵਿਆਹਣ ਚੱਲਿਆ। ਤੇ ਪਾਤਸ਼ਾਹ ਜਦੋਂ ਬਾਬਾ ਅਜੀਤ ਸਿੰਘ ਜਾਂਦੇ ਆ, ਤੀਰਾਂ ਦੀ ਛਾਂ ਹੇਠ ਜਾਂਦੇ, ਮਹਾਰਾਜ ਤੀਰ ਚਲਾਉਂਦੇ ਆ ਤੇ ਮਹਾਰਾਜ ਗੜੀ ਦੇ ਉੱਪਰ ਖੜਦੇ ਆ। ਜਾ ਕੇ ਗੜੀ ਦੇ ਉੱਪਰ ਖੜ ਕੇ ਆਪਣੇ ਪੁੱਤਰ ਨੂੰ ਵੇਖਦੇ ਆ ਵੀ ਮੈਂ ਵੇਖਣਾ ਚਾਹੁੰਦਾ ਅਜੀਤ ਸਿੰਘ ਕਿੰਨੇ ਫੱਟ ਖਾ ਕੇ ਸ਼ਹੀਦ ਹੁੰਦਾ। ਐਸਾ ਪਿਤਾ ਕਿੱਥੋਂ ਲੱਭੋਗੇ? ਥਾਂ ਥਾਂ ਸਿਰ ਝੁਕਾਉਣ ਵਾਲੇ ਉਹ ਦੱਸੋ ਤੁਸੀਂ, ਐਸਾ ਪਿਤਾ ਕਿੱਥੋਂ ਲੱਭੋਗੇ? ਜਦੋਂ ਭਗਵਾਨ ਰਾਮਚੰਦਰ ਜੀ 14 ਸਾਲ ਦਾ ਵਨਵਾਸ ਕੱਟਣ ਗਏ ਆ ਨਾ, ਅਯੋਧਿਆ ਵਿੱਚੋਂ ਬਾਹਰ ਨਿਕਲਿਆ, ਜਦੋਂ ਪਿਤਾ ਦਸ਼ਰਥ ਮਹਿਲਾਂ ਉੱਪਰ ਖੜਾ ਸੀ, ਜਦੋਂ ਅੱਖਾਂ ਤੋਂ ਦਿਸਣੋਂ ਦੂਰ ਹੋ ਗਏ ਨਾ, ਵੀ ਹੁਣ ਰਾਮ ਜੀ ਦਿਸਦੇ ਨਹੀਂ, ਲక్ష్మణ ਜੀ ਦਿਸਦੇ ਨਹੀਂ, ਵਿਛੋੜਾ ਝੱਲਿਆ ਨਹੀਂ ਗਿਆ, ਮਹਿਲਾਂ ਤੋਂ ਛਾਲ ਮਾਰ ਕੇ ਥੱਲੇ ਜਾਣ ਦੇ ਦਿੱਤੀ। ਪੁੱਤਰਾਂ ਦੇ ਵਿਛੋੜੇ ਕੌਣ ਚੱਲ ਸਕਦਾ ਹੈ? ਕਿਹਦਾ ਜਿਗਰਾ ਹੋਏਗਾ? ਫਕੀਰ ਇਬਰਾਹਿਮ ਹੋਇਆ, ਉਹਨੂੰ ਕਿਹਾ ਤੈਨੂੰ ਖੁਦਾ ਦੇ ਦਰਸ਼ਨ ਹੋ ਜਾਣਗੇ, ਆਪਣੇ ਪੁੱਤਰ ਦਾ ਬਲੀਦਾਨ ਦੇ ਦੇ। ਕਹਿੰਦਾ ਦੋ, ਮੈਂ ਖੁਦਾ ਦੇ ਦਰਸ਼ਨ ਕਰਨੇ, ਵਿਖਾਓ ਮੈਨੂੰ। ਜਦੋਂ ਲੱਗੇ ਬਲੀ ਦੇਣ, ਕਹਿੰਦਾ ਰੁਕ ਜਾਓ ਰੁਕ ਜਾਓ ਰੁਕ ਜਾਓ। ਕਹਿੰਦੇ ਕੀ ਹੋਇਆ? ਡੋਲ ਗਿਆ। ਕਹਿੰਦਾ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ ਮੇਰੇ ਪੁੱਤਰ ਨੂੰ ਮਰਦੇ ਨੂੰ, ਮੇਰੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿਓ। ਤੇ ਦਰਵਾਜ਼ਾਂ ਵਾਲਾ ਸਤਿਗੁਰੂ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਮੇਰਾ ਪੁੱਤ ਕਿੰਨੇ ਫੱਟ ਖਾ ਕੇ ਸ਼ਹੀਦ ਹੋਏਗਾ। ਤੇ ਕਿੱਥੋਂ ਲੱਭਾਂਗੇ ਐਸਾ ਪਿਤਾ, ਐਸੇ ਜਿਗਰੇ ਵਾਲਾ? ਸਾਡੇ ਤੇ ਨਿੱਖਾ ਜਾਂ ਦੁੱਖ ਆ ਜੇ ਅਸੀਂ ਉਲਾਂਭੇ ਦਿੰਨੇ ਆ ਰੱਬ ਨੂੰ। ਅਸੀਂ ਗੁਰਦੁਆਰਾ ਛੱਡ ਦਿੰਨੇ ਆ ਵੀ ਆਹ ਦੁੱਖ ਆ ਗਿਆ, ਕੀ ਹੈ ਜੀ? ਅਸੀਂ ਗੁਰੂ ਦੀ ਬਾਣੀ ਪੜ੍ਹਨੀ ਛੱਡ ਦਿੰਨੇ ਆ। ਪਰ ਪਾਤਸ਼ਾਹ ਕਹਿੰਦੇ ਸਿੱਖਾ ਤੇਰੇ ਤੋਂ ਵੱਡਾ ਤੇ ਵੱਡੇ ਤੋਂ ਵੱਡਾ ਦੁੱਖ ਆ ਜਾਈ, ਛੱਡੀ ਨਾ, ਉਹਦਾ ਸ਼ੁਕਰਾਨਾ ਕਰੀ ਫਿਰ ਵੀ। ਤੇ ਅੱਜ ਇਬਰਾਹਿਮ ਫਕੀਰ ਕਹਿੰਦਾ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ, ਮੇਰੀਆਂ ਅੱਖਾਂ ਨੂੰ ਬੰਨ੍ਹ ਦਿਓ ਤੇ ਮੇਰੇ ਪੁੱਤਰ ਦੀ ਬਲੀ ਦੇ ਦਿਓ, ਪਰ ਮੇਰੀਆਂ ਅੱਖਾਂ ਵੇਖ ਨਹੀਂ ਸਕਦੇ ਆਪਣੇ ਪੁੱਤਰ ਨੂੰ ਮਰਦੇ ਨੂੰ। ਅੱਜ ਬਾਜਾਂ ਵਾਲਾ ਪਿਤਾ ਚਮਕੌਰ ਦੀ ਗੜੀ ਤੇ ਖੜਾ ਵੇਖਦਾ ਹੈ ਕਿ ਮੇਰਾ ਪੁੱਤਰ ਅਜੀਤ ਸਿੰਘ ਸ਼ਹੀਦੀਆਂ ਪਾ ਰਿਹਾ। ਤੇ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ ਤੇ ਸਤਿਗੁਰਾਂ ਨੇ ਜੈਕਾਰੇ ਛੱਡੇ। ਤੇ ਸਿੰਘ ਜਦੋਂ ਮਹਾਰਾਜ ਨੇ ਜੈਕਾਰਾ ਛੱਡਿਆ, ਸਿੰਘਾਂ ਤੋਂ ਬੋਲਿਆ ਨਹੀਂ ਗਿਆ ਪਿੱਛੇ। ਜਦੋਂ ਮਹਾਰਾਜ ਨੇ ਕਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਤੇ ਉਹਨਾਂ ਦੇ ਗਲੀ ਰੁਕੇ ਵੀ ਕਿਵੇਂ ਕਹੀਏ ਹੁਣ, ਵੀ ਕਿਵੇਂ ਖੁਸ਼ੀ ਦਾ ਜੈਕਾਰਾ ਛੱਡੀਏ? ਬਾਜਾਂ ਵਾਲਿਆ ਤੇਰਾ ਪੁੱਤ ਸ਼ਹੀਦ ਹੋ ਗਿਆ।
ਤੇ ਬਾਜਾਂ ਵਾਲੇ ਸਤਿਗੁਰਾਂ ਨੇ ਆਪ ਹੀ ਕਿਹਾ ਫਿਰ ਸਤਿ ਸ੍ਰੀ ਅਕਾਲ, ਕਿਉਂਕਿ ਸਿੰਘਾਂ ਦਾ ਮਨੋਬਲ ਸੀ ਜਿਹੜਾ ਮਹਾਰਾਜ ਨੇ ਉੱਚਾ ਚੁੱਕਣਾ ਸੀ ਵੀ ਇਹ ਡੋਲ ਨਾ ਜਾ, ਵੀ ਇਹਨਾਂ ਨੂੰ ਪਤਾ ਲੱਗੇ। ਐਸਾ ਪਿਤਾ ਕਿੱਥੋਂ ਲੱਭਾਂਗੇ। ਫਿਰ ਬਾਬਾ ਜੁਝਾਰ ਸਿੰਘ ਜੀ ਆਉਂਦੇ ਆ, ਪਿਤਾ ਜੀ ਰੁੱਸਦੇ ਆ, ਪਿਤਾ ਜੀ ਤੁਸਾਂ ਨੇ ਚੰਗਾ ਨਹੀਂ ਕੀਤਾ ਮੇਰੇ ਨਾਲ। ਇਹ ਕੀ ਕੀਤਾ? ਕੀ ਹੋਇਆ ਬੇਟਾ? ਪਿਤਾ ਜੀ ਮੇਰੇ ਭਰਾ ਨੂੰ ਪਹਿਲਾਂ ਤੋੜ ਦਿੱਤਾ ਜੰਗ ਦੇ ਮੈਦਾਨ ਵਿੱਚ, ਤੇ ਮੇਰੇ ਨਾਲ ਕਹਾਣੀ ਵੰਡ ਕੀਤੀ ਹੈ ਤੁਸਾਂ ਨੇ। ਪਿਤਾ ਜੀ ਮੈਨੂੰ ਆਗਿਆ ਦਿਓ, ਪਿਤਾ ਜੀ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ, ਜੂਝ ਕੇ ਸ਼ਹੀਦੀ ਪਾਉਣੀ ਹੈ। ਬੇਟਾ ਤੇਰੀ ਉਮਰ ਨਿਆਣੀ ਹੈ, 14 ਸਾਲ ਦੀ ਉਮਰ ਜੀ। ਆ 14 ਸਾਲ ਦੇ ਬੱਚਿਆਂ ਨੂੰ ਕੀ ਪਤਾ ਹੁੰਦਾ ਹੁਣ। ਪਿਤਾ ਜੀ ਘੋੜ ਸਵਾਰੀ ਸਿਖਾਈ ਤਾਂ ਇਕੱਠਿਆਂ ਨੂੰ, ਸ਼ਸਤਰਬਾਜੀ ਸਿਖਾਈ ਤਾਂ ਇਕੱਠਿਆਂ ਨੂੰ, ਪੜ੍ਹੇ ਤਾਂ ਇਕੱਠੇ, ਤੇ ਅੱਜ ਸ਼ਹਾਦਤ ਦੇਣ ਦੀ ਵਾਰੀ ਆਈ ਤੇ ਇਕੱਲੇ ਇਕੱਲੇ ਕਰ ਦਿੱਤੇ। ਪਿਤਾ ਜੀ ਮੈਨੂੰ ਆਗਿਆ ਦਿਓ, ਮੈਂ ਵੀ ਜਾਣਾ। ਤੇ ਮਹਾਰਾਜ ਨੂੰ ਕਹਿੰਦੇ ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, 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 ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਵੱਡਾ ਵੀਰ ਜੀ ਗਿਆ ਜੰਗ ਨੂੰ, 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 ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, 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 ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਬਾਜਾਂ ਵਾਲੇ ਸਤਿਗੁਰਾਂ ਨੂੰ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਵਾਂ ਤੇ ਜਾ ਕੇ ਜੂਝ ਕੇ ਸ਼ਹੀਦੀ ਪਾਵਾਂ। ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਤਲਵਾਰ ਤੇ ਚਲਾਉਣੀ ਨਹੀਂ ਆਉਂਦੀ, ਤੇਰੇ ਤੋਂ ਪਹਿਲਾਂ ਅਜੀਤ ਸਿੰਘ ਤੇ 3 ਜੰਗਾਂ ਲੜ ਚੁੱਕਾ, ਚੌਥੀ ਜੰਗ ਆਉਂਦੀ ਤੇ ਪਿਤਾ ਜੀ ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਅੱਗੇ ਤੇ ਖੜਨਾ ਆਉਂਦਾ, ਪਿਤਾ ਜੀ ਮੈਨੂੰ ਤੋਰੋ। ਮਹਾਰਾਜ ਖੁਸ਼ ਹੋ ਕੇ ਤੋਰਦੇ ਆ। ਮਹਾਰਾਜ ਫੇਰ ਕਹਿੰਦੇ ਸਿੰਘੋ ਵਧਾਈਆਂ ਦਿਓ। ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਇੱਕ ਤੇ ਬਚਾ ਲਓ, ਇੱਕ ਤੇ ਰੱਖ ਲਓ, ਕੁੱਲ ਰਹਿ ਜਾਏਗੀ ਤੁਹਾਡੀ। ਬਾਜਾਂ ਵਾਲੇ ਸਤਿਗੁਰੂ ਜੀ ਛੋਟੇ ਲਾਲਾਂ ਦਾ ਪਤਾ ਨਹੀਂ ਕਿੱਥੇ ਨੇ, ਕੀ ਉਹਨਾਂ ਨਾਲ ਭਾਣਾ ਵਾਪਰਨਾ, ਮਹਾਰਾਜ ਕੁਝ ਨਹੀਂ ਪਤਾ। ਤੇ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘਾ ਪਹਿਲਾਂ ਮੇਰੇ ਪੁੱਤਰ ਜਾਣਗੇ। ਤੇ ਬਾਜਾਂ ਵਾਲੇ ਨੇ ਬਾਬਾ ਅਜੀਤ ਸਿੰਘ ਜੀ ਨੂੰ ਫਿਰ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ। ਤੇ ਫਿਰ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਨੂੰ ਕਿਹਾ ਬੇਟਾ 4 ਕਦਮ ਅੱਗੇ ਹੋ ਕੇ ਜਾਈ, ਜਿੱਥੇ ਅਜੀਤ ਸਿੰਘ ਸ਼ਹੀਦ ਹੋਇਆ ਉਸ ਤੋਂ ਵੀ 4 ਕਦਮ ਅਗਾਂਹ ਜਾ ਕੇ ਸ਼ਹੀਦੀ ਪਾਈ। ਐਸਾ ਪਿਤਾ ਕਿਹੜਾ ਹੋਏਗਾ, ਪਤਾ ਵੀ ਬਾਹਰ ਲੱਖਾਂ ਦੀ ਗਿਣਤੀ ਵਿੱਚ ਹੈ ਤੇ ਇੱਧਰ ਗਿਣਤੀ ਦੀ ਸਿੰਘ ਨੇ ਬਸ। ਤੇ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਦਾ ਜਾਮ ਪੀ ਗਏ। 8 ਪੋਹ ਦਾ ਦਿਨ ਸੀ ਉਹ। ਫਿਰ 8 ਪੋਹ ਦੀ ਰਾਤ ਹੋਈ। ਮਾਰੇ ਕਹਿੰਦੇ ਕੱਲ ਨੂੰ ਮੈਂ ਜਾਵਾਂਗਾ ਜੰਗ ਦੇ ਮੈਦਾਨ ਵਿੱਚ ਜਾ ਕੇ ਸ਼ਹੀਦੀ ਪਾਵਾਂਗਾ। ਤੇ ਸਿੰਘਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਤੁਹਾਨੂੰ 5 ਸਿੰਘਾਂ ਦਾ ਹੁਕਮ ਹੈ, ਖਾਲਸੇ ਪੰਥ ਦਾ ਹੁਕਮ ਹੈ ਕਿ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਜਾਓ। ਤੁਸੀਂ ਚਮਕੌਰ ਦੀ ਗੜੀ ਛੱਡ ਜਾਓ। ਜੇ ਤੁਹਾਨੂੰ ਕੁਝ ਹੋ ਗਿਆ ਤੇ ਅਸੀਂ ਤੁਹਾਡੇ ਵਰਗਾ ਸਾਨੂੰ ਗੁਰੂ ਨਹੀਂ ਲੱਭੇਗਾ ਕਿਤੋਂ।
ਤੇ ਮਹਾਰਾਜ ਸਾਡੇ ਵਰਗੇ ਤੁਸੀਂ ਲੱਖਾਂ ਸਿੰਘ ਤਿਆਰ ਕਰ ਸਕਦੇ ਹੋ। ਮਹਾਰਾਜ ਤੁਹਾਡੀ ਬੜੀ ਲੋੜ ਆ ਜੀ ਪੰਥ ਨੂੰ, ਕੌਮ ਨੂੰ। ਤੇ ਫੇਰ 8 ਪੋਹ ਦੀ ਰਾਤ ਨੂੰ ਬਾਜਾਂ ਵਾਲੇ ਸਤਿਗੁਰੂ ਜੀ ਚਮਕੌਰ ਦੀ ਗੜੀ ਨੂੰ ਛੱਡਦੇ ਆ। ਪੁੱਤਰਾਂ ਦੇ ਸਰੀਰ ਪਿਆ, ਪੁੱਤਰਾਂ ਦੇ ਸਰੀਰ ਪਿਆ। ਤੇ ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਇੱਕ ਵਾਰ ਚੁੱਕ ਕੇ ਗਲਵਕੜੀ ਪਾ ਲਓ ਆਪਣੇ ਪੁੱਤਰਾਂ ਨੂੰ। ਮਹਾਰਾਜ ਭਾਈ ਦਇਆ ਸਿੰਘ ਜੀ ਕਹਿੰਦੇ ਕਮਰ ਕੱਸਾ ਖੋਲ ਰਹੇ ਸੀ। ਮਹਾਰਾਜ ਕਹਿੰਦੇ ਕੀ ਕਰ ਰਹੇ ਆ? ਪਾਤਸ਼ਾਹ ਕਮਰ ਕੱਸਾ ਖੋਲ ਕੇ ਤੁਹਾਡੇ ਪੁੱਤਰਾਂ ਦੇ ਸਰੀਰਾਂ ਤੇ ਪਾ ਦੇਵਾਂ। ਮਹਾਰਾਜ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਆ, ਪਰ ਕਫਨੋਂ ਬਗੈਰ ਕਿਹਦੇ ਮਾਪੇ ਗਏ ਆ? ਪੁੱਤ ਗਏ ਆ। ਮਹਾਰਾਜ ਕਫਨ ਤੋਂ ਬਿਨਾ ਕਿਹਦਾ ਪੁੱਤ ਗਿਆ ਅੱਜ ਤੱਕ? ਬਾਜਾਂ ਵਾਲਿਆ ਆ ਕੱਪੜਾ ਹੀ ਤੇਰੇ ਪੁੱਤਰਾਂ ਦੇ ਸਰੀਰਾਂ ਤੇ ਪਾ ਦੇ। ਮਹਾਰਾਜ ਕਹਿੰਦੇ ਨਹੀਂ, ਜੇ ਦਇਆ ਸਿੰਘਾ ਕੱਪੜਾ ਪਾਉਣਾ ਤੇ ਪਹਿਲਾਂ ਸਾਰੇ ਸਿੰਘਾਂ ਤੇ ਪਾ, ਫੇਰ ਮੇਰੇ ਪੁੱਤਾਂ ਤੇ ਪਾਈ। ਨਹੀਂ ਪਾਉਣ ਦੀ ਲੋੜ ਨਹੀਂ। ਕਿੱਥੋਂ ਲੱਭੇਗਾ ਐਸਾ ਗੁਰੂ? ਮਹਾਰਾਜ ਨੂੰ ਕਹਿੰਦਾ ਭਾਈ ਦਇਆ ਸਿੰਘ ਪਾਤਸ਼ਾਹ ਇੱਕ ਵਾਰ ਚੁੱਕ ਲਓ। ਆ ਵੇਖੋ ਅਜੀਤ ਸਿੰਘ ਦੇ ਕਿੰਨੇ ਫੱਟ ਲੱਗੇ ਹੋਏ ਆ, ਆ ਤੁਹਾਡੇ ਬੇਟਾ ਜੁਝਾਰ ਸਿੰਘ ਦੇ ਕਿੰਨੇ ਫੱਟ ਲੱਗੇ ਆ। ਮਹਾਰਾਜ ਇੱਕ ਵਾਰ ਤੇ ਇਹਨਾਂ ਦਾ ਮਸਤਕ ਚੁੰਮ ਜਾਓ, ਇੱਕ ਵਾਰ ਤੇ ਇਹਨਾਂ ਨੂੰ ਗਲਵਕੜੀ ਵਿੱਚ ਲੈ ਲਓ। ਪਰ ਪਾਤਸ਼ਾਹ ਕਹਿੰਦੇ ਨਹੀਂ। ਤੇ ਮਹਾਰਾਜ 8 ਪੋਹ ਦੀ ਰਾਤ ਨੂੰ ਫਿਰ ਚਮਕੌਰ ਦੀ ਗੜੀ ਛੱਡਦੇ ਆ। ਪੈਰਾਂ ਦੇ ਵਿੱਚ ਜੋੜਾ ਉਤਾਰ ਦਿੱਤਾ। ਜੋੜਾ ਤਾਂ ਉਤਾਰਿਆ ਕਿ ਜਿੱਥੇ ਦੁਸ਼ਮਣ ਪਏ ਆ ਤੇ ਉੱਥੇ ਸਿੰਘ ਵੀ ਬੜੇ ਸ਼ਹਾਦਤਾਂ ਦੇ ਕੇ ਗਏ ਆ। ਉਹਨਾਂ ਦੀਆਂ ਜੰਗ ਦੇ ਮੈਦਾਨ ਵਿੱਚ ਲੜਦੇ ਦੀਆਂ ਦਸਤਾਰਾਂ ਵੀ ਖੁੱਲੀਆਂ ਨੇ ਤੇ ਕੇਸ ਹੋਣਗੇ ਤੇ ਕੇਸਾਂ ਦੀ ਬੇਅਦਬੀ ਨਾ ਹੋਵੇ। ਤੇ ਬਾਜਾਂ ਵਾਲੇ ਸਤਿਗੁਰੂ ਅੱਜ ਇੰਜ ਚੱਲਿਆ, ਨਾ ਕੋਈ ਨਾਲ ਹੈ। ਜਿੱਥੇ ਮਹਾਰਾਜ ਜਾਂਦੇ ਸੀ ਨਾਲ ਸਿੰਘਾਂ ਦੇ ਜਥੇ ਹੁੰਦੇ ਸੀ, ਨਾਲ ਘੋੜ ਸਵਾਰ ਹੁੰਦੇ ਸੀ, ਨਾਲ ਛਾਤਰ ਝੁਲਦੇ ਸੀ ਮਹਾਰਾਜ ਦੇ ਉੱਪਰ। ਪਰ ਅੱਜ ਮਹਾਰਾਜ ਦੇ ਪੈਰਾਂ 'ਚ ਜੋੜਾ ਨਹੀਂ, ਨਾ ਹੀ ਬਾਜ ਹੈ, ਨਾ ਹੀ ਤਾਜ ਹੈ, ਨਾ ਹੀ ਘੋੜਾ ਕੋਲ ਹੈ। ਮਹਾਰਾਜ ਰਾਤ ਨੂੰ ਚਮਕੌਰ ਦੀ ਗੜੀ ਵਿੱਚੋਂ ਲੰਘਦੇ ਆ ਤੇ ਮਹਾਰਾਜ ਕਹਿੰਦੇ ਡਰ ਕੇ ਨਹੀਂ ਜਾਣਾ, ਲੁੱਕ ਕੇ ਨਹੀਂ ਜਾਣਾ। ਮਹਾਰਾਜ ਨੇ ਤਾੜੀ ਮਾਰੀ ਵੀ ਜਿਹਦੇ ਵਿੱਚ ਹਿੰਮਤ ਆ ਰੋਕ ਲਓ, ਹਿੰਦ ਦਾ ਪੀਰ ਜਾ ਰਿਹਾ। ਹਿੰਦ ਮੇ ਪੀਰ ਰਵਦ, ਹਿੰਦ ਮੇ ਪੀਰ ਰਵਦ। ਮਹਾਰਾਜ ਗਾ ਰਹੇ ਉੱਚੀ ਉੱਚੀ ਵੀ ਜਿਹਦੇ ਵਿੱਚ ਹਿੰਮਤ ਹੈ ਤੇ ਰੋਕ ਲਓ। ਤੇ ਬਾਜਾਂ ਵਾਲੇ ਸਤਿਗੁਰੂ ਅੱਜ ਚੱਲੇ ਆ। ਤੁਰ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਤੁਰ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਤੁਰ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਉਹ ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਉਹ ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ। ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ, ਚੱਲਿਆ ਵਾਂਗ ਫਕੀਰਾ। ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਤੁਰ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਤੁਰ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ। ਅੱਜ ਬਾਜਾਂ ਵਾਲੇ ਸਤਿਗੁਰੂ 8 ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਨੂੰ ਛੱਡਦੇ ਆ। ਨਾ ਕੋਈ ਨਾਲ ਸਿੰਘ ਹੈ, ਨਾ ਕੋਈ ਬਾਜ ਹੈ, ਨਾ ਕੋਈ ਘੋੜਾ, ਨਾ ਪੈਰਾਂ 'ਚ ਜੋੜਾ। ਤੇ ਕਿਹੜਾ ਗੁਰੂ ਲੱਭੇਗਾ ਜਿਹੜਾ ਸੰਸਾਰ ਦੇ ਲਈ, ਸਮਾਜ ਦੇ ਲਈ ਇੰਨੇ ਦੁੱਖ ਝੱਲੇ? ਹੈ ਕੋਈ ਬੰਦਾ ਅੱਜ ਬੋਲੇ, ਕਿਸੇ ਦੇ ਹੱਕ ਲਈ ਬੋਲੇ ਤੇ ਉਹਦੇ ਪਰਿਵਾਰ ਨੂੰ ਚੁੱਕ ਲਓ, ਬੱਚੇ ਨੂੰ ਚੁੱਕ ਲਓ ਤੇ ਬੰਦਾ ਕਹੇਗਾ ਮੈਂ ਛੱਡ ਦਿੱਤਾ ਸਾਰਾ ਕੁਝ।
ਮੈਂ ਨਹੀਂ ਬੋਲਾਂਗਾ, ਮੇਰੇ ਪੁੱਤ ਨੂੰ ਛੱਡ ਦਿਓ ਬਸ, ਮੈਨੂੰ ਲੋੜ ਨਹੀਂ, ਮੈਨੂੰ ਆਪਣੇ ਪਰਿਵਾਰ ਦੀ ਲੋੜ ਆ ਬਸ। ਪਰ ਬਾਜਾਂ ਵਾਲਾ ਸਤਿਗੁਰੂ ਸਾਨੂੰ ਆਜ਼ਾਦ ਕਰਨ ਚੱਲਿਆ, ਸਾਨੂੰ ਆਜ਼ਾਦ ਕਰਾਉਣ ਚੱਲਿਆ। ਤੇ ਬਾਜਾਂ ਵਾਲੇ ਸਤਿਗੁਰੂ ਪੈਰਾਂ ਤੋਂ ਨੰਗੇ ਹੱਥ ਵਿੱਚ ਸ਼ਮਸ਼ੀਰ ਫੜੀ ਹੈ ਬਸ। ਚੱਲੇ ਕਿੱਥੇ ਆ, ਪਹੁੰਚੇ ਕਿੱਥੇ ਆ, ਪਿੰਡ ਬਹਿਲੌਲਪੁਰ। ਬਹਿਲੌਲਪੁਰ ਪਹੁੰਚੇ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਅੱਜ ਦਾ ਦਿਨ 9 ਪੋ ਅੱਜ ਦੀ ਸਵੇਰ ਮਹਾਰਾਜ ਬਹਿਲੌਲਪੁਰ ਪਿੰਡ ਪਹੁੰਚੇ। ਉੱਥੇ ਖੂਹ ਤੇ ਕੋਈ ਪੰਡਤ ਇਸ਼ਨਾਨ ਕਰ ਰਹੇ ਸੀ। ਮਹਾਰਾਜ ਨੇ ਪੁੱਛਿਆ ਵੀ ਭਰਾਵਾ ਭਾਈ ਤੂੰ ਪੂਰਨ ਮਸੰਦ ਦਾ ਘਰ ਜਾਣਦਾ? ਉਹ ਜਾਣਦਾ ਸੀ, ਕਹਿੰਦਾ ਹਾਂਜੀ ਜਾਣਦਾ। ਮਹਾਰਾਜ ਦਾ ਹਾਲ ਵੇਖਿਆ ਤੇ ਕਹਿੰਦਾ ਚਲੋ ਮੈਂ ਤੁਹਾਨੂੰ ਛੱਡ ਕੇ ਆਉਣਾ ਉਹਨਾਂ ਦੇ ਘਰ। ਉਹ ਪੰਡਤ ਨਾਲ ਚਲਾ ਗਿਆ, ਮਹਾਰਾਜ ਪਿੱਛੇ ਪਿੱਛੇ ਚਲੇ ਗਏ ਉਹਦੇ। ਸੋ ਆਓ ਜੋ ਕਿ ਪਰਿਵਾਰ ਦੇ ਵੱਲੋਂ ਹੁਕਮ ਆਇਆ ਕਿ ਸਮਾਪਤੀ ਦਾ ਸਮਾਂ ਹੈ, ਸੋ ਆਪਾਂ 10 ਮਿੰਟ ਲੈ ਕੇ ਆਪਾਂ ਸਮਾਪਤੀ ਕਰਾਂਗੇ। ਬੇਨਤੀ ਹੈ ਮਹਾਰਾਜ ਫਿਰ ਬਹਿਲੌਲਪੁਰ ਪੂਰਨ ਮਸੰਦ ਦੇ ਘਰ ਜਾਂਦੇ ਆ। ਭਾਈ ਜਿਉਣਾ ਬੂਹਾ ਖੋਲਦਾ ਤੇ ਭਾਈ ਜਿਉਣਾ ਪੁੱਛਦਾ ਤੇ ਮਹਾਰਾਜ ਨੇ ਕਿਹਾ ਵੀ ਤੇਰੇ ਮਾਲਕ ਨੂੰ ਬੁਲਾ। ਤੇ ਭਾਈ ਜਿਉਣਾ ਕਹਿੰਦਾ ਦੱਸੋ ਜੀ ਤੁਸੀਂ ਕੌਣ ਹੋ? ਮੇਰਾ ਮਾਲਕ ਪੁੱਛੇਗਾ ਵੀ ਕੌਣ ਆਇਆ। ਤੇ ਕਹਿੰਦਾ ਤੂੰ ਗੋਬਿੰਦ ਸਿੰਘ ਦਾ ਨਾਮ ਸੁਣਿਆ ਪਾਤਸ਼ਾਹ ਜੀ? ਕਹਿੰਦੇ ਹਾਂਜੀ ਸੁਣਿਆ। ਕਹਿੰਦੇ ਬਸ ਮੈਂ ਉਹੀ ਆ। ਫਿਰ ਜਦੋਂ ਹਾਲ ਵੇਖਿਆ ਮਹਾਰਾਜ ਦਾ, ਪੈਰਾਂ ਵਿੱਚੋਂ ਖੂਨ ਸਿਮਰਿਆ, ਸਾਰਾ ਬਾਣਾ ਲੀਰੋ ਲੀਰ ਹੈ ਤੇ ਧਾਹਾਂ ਮਾਰ ਕੇ ਰੋਣ ਲੱਗ ਪਿਆ। ਇੱਕਦਮ ਕੱਪੜਾ ਚੁੱਕਿਆ, ਮਹਾਰਾਜ ਦੇ ਚਰਨਾਂ ਨੂੰ ਸਾਫ਼ ਕਰਦਾ, ਬਸਤਰਾਂ ਨੂੰ ਸਾਫ਼ ਕਰਦਾ। ਮਹਾਰਾਜ ਕਹਿੰਦੇ ਸਮਾਂ ਨਹੀਂ, ਜਾ ਆਪਣੇ ਮਾਲਕ ਨੂੰ ਬੁਲਾ। ਜਾ ਕੇ ਮਾਲਕ ਨੂੰ ਬੁਲਾਉਣ ਗਿਆ, ਉੱਪਰ ਦੌੜਿਆ ਗਿਆ। ਜਦੋਂ ਗਿਆ ਤੇ ਬੂਹਾ ਖੜਕਾਉਣ ਲੱਗ ਗਿਆ। ਪੂਰਨ ਮਸੰਦ ਨੇ ਬੂਹਾ ਖੋਲਿਆ, ਕਹਿੰਦੇ ਛੇਤੀ ਛੇਤੀ ਬਾਹਰ ਆਓ, ਗੁਰੂ ਗੋਬਿੰਦ ਸਿੰਘ ਜੀ ਆਇਆ। ਕਹਿੰਦੇ ਤੂੰ ਕੀ ਕਿਹਾ ਉਹਨਾਂ ਨੂੰ? ਕੌਣ ਆ ਉਹਨਾਂ ਨਾਲ? ਕਹਿੰਦੇ ਜੀ ਇਕੱਲੇ ਆਇਆ, ਪੈਰਾਂ ਵਿੱਚ ਜੋੜਾ ਨਹੀਂ, ਸਾਰੇ ਸਰੀਰ ਵਿੱਚੋਂ ਖੂਨ ਸਿਮਰਿਆ, ਬਾਣਾ ਲੀਰੋ ਲੀਰ ਆ। ਕਹਿੰਦਾ ਇਹ ਦੱਸ ਕਿਹਾ ਕੀ ਹੈ ਤੂੰ? ਜਦੋਂ ਉਹਨਾਂ ਨੇ ਪੁੱਛਿਆ ਸੀ, ਕਹਿੰਦਾ ਜੀ ਮੈਂ ਆਖ ਦਿੱਤਾ ਵੀ ਪੂਰਨ ਮਸੰਦ ਘਰੀ ਹੈ। ਕਹਿੰਦਾ ਜਾ ਓਏ ਮੂਰਖਾ, ਇਹ ਕਿਉਂ ਆਖਿਆ? ਆਖ ਦਿੰਦਾ ਵੀ ਉਹ ਤੇ ਘਰ ਨਹੀਂ। ਕਹਿੰਦਾ ਜੇ ਆਖ ਹੀ ਦਿੱਤਾ ਕੋਈ ਗੱਲ ਨਹੀਂ, ਜਾ ਕੇ ਆਖ ਦੇ ਗੋਬਿੰਦ ਸਿੰਘ ਨੂੰ ਜਦੋਂ ਲੋੜ ਹੋਏਗੀ ਉੱਥੇ ਆਨੰਦਪੁਰ ਸਾਹਿਬ ਆ ਕੇ ਆਪੀ ਦਰਸ਼ਨ ਕਰ ਲਵਾਂਗੇ ਵੀ ਐਸੇ ਸਮੇਂ ਮੇਰੇ ਘਰੋਂ ਚਲੇ ਜਾਣ। ਮਹਾਰਾਜ ਥੱਲੇ ਸੁਣ ਰਹੇ ਸੀ ਬੈਠੇ, ਡਰ ਗਿਆ ਸਮੇਂ ਦੀ ਹਕੂਮਤ ਤੋਂ ਵੀ ਜੇ ਪਤਾ ਲੱਗ ਗਿਆ ਹਕੂਮਤ ਨੂੰ ਵੀ ਸਮੇਂ ਦੇ ਬਾਗੀ ਨੂੰ ਪਨਾਹ ਦਿੱਤੀ ਹੈ ਤੇ ਮੇਰਾ ਤੇ ਘਰ ਪਰਿਵਾਰ ਸਾਰੀ ਉਜਾੜ ਦੇਣਾ ਉਹਨਾਂ ਨੇ। ਕਹਿੰਦਾ ਜਾ ਕੇ ਆਖ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ, ਆਖ ਦੇ ਵੀ ਮੇਰੇ ਘਰੋਂ ਐਸੇ ਟਾਈਮ ਚਲੇ ਜਾਣ। ਮਹਾਰਾਜ ਸੁਣ ਰਹੇ ਸੀ। ਹੁਣ ਗਿਆ ਤੇ ਦੌੜਿਆ, ਪਰ ਉਤਰਿਆ ਬੜਾ ਔਖਾ, ਉਤਰਿਆ ਨਾ ਜਾਵੇ। ਮਹਾਰਾਜ ਨੇ ਸੁਣ ਲਿਆ ਸਾਰਾ ਕੁਝ। ਮਹਾਰਾਜ ਕਹਿੰਦੇ ਜਿਉਣਿਆ ਕੋਈ ਗੱਲ ਨਹੀਂ, ਅਸੀਂ ਇਹਦੇ ਘਰ ਆਪ ਥੋੜੀ ਆਏ ਆ। ਜਦੋਂ ਵੀ ਇਹ ਆਨੰਦਪੁਰ ਸਾਹਿਬ ਜਾਂਦਾ ਸੀ ਤੇ ਆਖਦਾ ਸੀ ਮਹਾਰਾਜ ਮੇਰੇ ਘਰ ਆਇਓ, ਮੇਰੇ ਘਰ ਆਇਓ। ਅੱਜ ਇਹਦੇ ਘਰ ਆਏ ਆ ਅਸੀਂ ਤੇ ਅੱਜ ਇਹ ਕਹਿੰਦਾ ਚਲੇ ਜਾਓ ਤੇ ਚਲੇ ਆ। ਤੇ ਭਾਈ ਜਿਉਣਾ ਰੋਣ ਲੱਗ ਪਿਆ, ਮਹਾਰਾਜ ਜੇ ਮੇਰੇ ਕੋਲ ਮੇਰਾ ਘਰ ਵੀ ਹੁੰਦਾ ਮੈਂ ਲੈ ਜਾਂਦਾ, ਛੱਪਰੀ ਵੀ ਹੁੰਦਾ ਉੱਥੇ ਤੁਹਾਨੂੰ ਲੈ ਜਾਂਦਾ। ਮਹਾਰਾਜ ਜੀ ਮੈਂ ਤੇ ਗਰੀਬ ਆ। ਫਿਰ ਉਸ ਵੇਲੇ ਭਾਈ ਜਿਉਣੇ ਨੇ ਟਿੰਡ ਦਿੱਤੀ, ਟਿੰਡ ਦਿੱਤੀ ਤੇ ਮਹਾਰਾਜ ਨੂੰ ਅੱਗ ਪਾ ਕੇ ਉਹ ਟਿੰਡ ਵਿੱਚ ਦੇਤੀ। ਮਹਾਰਾਜ ਸਰਦੀ ਬੜੀ ਹੈ, ਮਹਾਰਾਜ ਆ ਟਿੰਡ ਲੈ ਜਾਓ ਤੇ ਤੁਹਾਨੂੰ ਨਿੱਘ ਦੇਵੇਗੀ। ਗੱਲ ਨਿੱਘ ਦੀ ਨਹੀਂ, ਗੱਲ ਤੇ ਪ੍ਰੇਮ ਭੇਟਾ ਦੀਏ, ਗੱਲ ਤੇ ਇਤਿਹਾਸ ਬਣਨਾ ਸੀ। ਇੱਕ ਗਰੀਬੜਾ ਜਾਂ ਸਿੱਖਾ ਜੀ ਨੇ ਕਦੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਮਹਾਰਾਜ ਦਾ ਹੋ ਗਿਆ। ਠੰਡ ਤੇ ਮਹਾਰਾਜ ਨੂੰ ਜਦੋਂ ਸਰਸਾਂ ਨੂੰ ਪਾਰ ਕੀਤਾ ਉਦੋਂ ਨਹੀਂ ਲੱਗੀ, ਜਦੋਂ ਚਮਕੌਰ ਦੀ ਗੜੀ ਵਿੱਚ ਗਿੱਲੇ ਬਸਤਰ ਸੀ ਉਦੋਂ ਨਹੀਂ ਲੱਗੀ, ਚਮਕੌਰ ਦੀ ਗੜੀ ਛੱਡ ਕੇ ਉਦੋਂ ਨਹੀਂ ਲੱਗੀ। ਇਹ ਤੇ ਪ੍ਰੇਮ ਭੇਟਾ ਸੀ, ਬਸ ਉਹਦਾ ਪ੍ਰੇਮ ਸੀ। ਤੇ ਮਹਾਰਾਜ ਲੈ ਜਾਓ ਤੇ ਕਲਗੀਧਰ ਪਾਤਸ਼ਾਹ ਨੇ ਉਹ ਟਿੰਡ ਫੜ ਲਈ ਤੇ ਆਏ ਕਿੱਥੇ? ਮਾਛੀਵਾੜੇ ਦੇ ਜੰਗਲਾਂ ਵਿੱਚ। ਜਿੱਥੇ ਆਏ, ਜਿੱਥੇ ਅੱਗ ਬੁਝ ਗਈ, ਫਿਰ ਮਹਾਰਾਜ ਨੇ ਉਸੇ ਟਿੰਡ ਦਾ ਸਰਾਣਾ ਲਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਹਾਰਾਜ ਸੌਂ ਗਏ। ਆਓ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸੰਗਤਾਂ ਦਾ ਸੇਵਕ ਪਰਿਵਾਰ ਦੇ ਵੱਲੋਂ ਧੰਨਵਾਦ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਹੈ। ਮਾਛੀਵਾੜੇ ਦੇ ਜੰਗਲ ਵਿੱਚ ਸੌਂ ਗਿਆ ਸਾਰਾ ਪਰਿਵਾਰ ਵਾਰ ਕੇ, ਵਾੜੇ ਦੇ ਜੰਗਲ ਵਿੱਚ ਸੌਂ ਗਿਆ ਸਾਰਾ ਪਰਿਵਾਰ ਵਾਰ ਕੇ। ਮਾਛੀਵਾੜੇ ਦੇ ਜੰਗਲ ਵਿੱਚ ਸੌਂ ਗਿਆ
ਸਾਰਾ ਪਰਿਵਾਰ ਵਾਰ ਕੇ ਮਾਸੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਸੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਸੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਵਾੜੇ ਦੇ ਜੰਗਲ ਵਿੱਚ ਸੌ ਗਿਆ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਵਿੱਚ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਆਤ ਨੀਂਦ ਕਿਵੇਂ ਆਈ ਐ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਉਹ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਜੀ ਸੌਣ ਵਾਲਿਆ ਮਹਿਲਾਂ ਵਿੱਚ ਜੀ ਸੌਣ ਵਾਲਿਆ ਉਹ ਮਹਿਲਾਂ ਵਿੱਚ ਜੀ ਸੌਣ ਵਾਲਿਆ ਮਹਿਲਾਂ ਵਿੱਚ ਜੀ ਸੌਣ ਵਾਲਿਆ ਉਹ ਮਹਿਲਾਂ ਵਿੱਚ ਜੀ ਸੌਣ ਵਾਲਿਆ ਮਹਿਲਾਂ ਵਿੱਚ ਜੀ ਸੌਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਸੌਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਸੌਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਸੌਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਸੌਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਸੌਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾਂ ਵਿੱਚ ਸੌਣ ਵਾਲਿਆ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੇ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਦਾਈਆਂ ਤਨ ਪਰਿਵਾਰ ਕਈਆਂ ਸ਼ਬਦ ਗਾਵਣੀਆਂ ਸਭ ਤੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦੀ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਮੇ ਮਨ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕੀ ਕਰੋ ਕਰੇ ਤੇਰਾ ਕਾਰ ਸਭ ਸਵਾਰਨਾ ਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਜਿਨਕੇ ਮਨ ਵਸਿਆ ਬਾਤੇ ਸਭ ਕਨੇਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਦਿਲ ਮੁਖਾ ਸਭ ਦੁਆਈਆਂ ਕਰਤਾ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾ ਦਿੱਤੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਮੇਰਾ ਆਧਾਰੋ ਸਾਚੇ ਪੰਥ ਸ਼ਬਦ ਕਰ ਪਾਕੇ ਸ਼ਬਦ ਵਾਜੇ ਕਲਾ ਜਿਤ ਧਰ ਧਾਰਿਆ ਪੰਥ ਦੂਤ ਤੁਧ ਵਸ ਕੀਤੇ ਕਾਲ ਕੰਠ ਮਾਰਿਆ ਕਰਨ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖੋ ਤਿਤ ਕਣ ਅਨਹਦ ਬਾਜੇ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਤੇਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਉਹ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਵਕਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਦੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਰਾਤ ਜਾਈ ਦਾ ਆਖੇਲਾ ਸਗਲ ਜਗਤ ਬੁਰੀਆਂ ਬੁਰੀਆਂ ਵਾਟੇ ਧਰਮ ਹਦੂਰ ਕਰਮੀ ਆਪੋ ਆਪਣੀ ਕਹਿਨੇ ਡਕੇ ਦੂਰ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ